प्यारे बच्चों, 10वीं क्लास ਦੀਆਂ ਜਿਹੜੀਆਂ ਵਰਕਸ਼ੀਟਸ ਨੇ ਜਿਨ੍ਹਾਂ ਦੇ ਸੋਲੂਸ਼ਨ ਮੈਂ ਤੁਹਾਡੇ ਵਾਸਤੇ ਪਹਿਲਾਂ ਵੀ ਲੈ ਕੇ ਆਇਆ ਸੀ, ਉਹਨਾਂ ਵਿੱਚੋਂ ਹੀ ਅੱਜ ਮੈਂ ਤੁਹਾਡੇ ਲਈ ਵਰਕਸ਼ੀਟ ਨੰਬਰ 18 ਜਿਹੜੀ ਕਿ 10ਵੀਂ ਕਲਾਸ ਦੀ ਜਿਹੜੀ ਮੈਥ ਦੀ ਬੁੱਕ ਆ ਉਹਦੇ ਵਿੱਚ ਜਿਹੜੇ ਚੈਪਟਰ ਹੈਗੇ ਨੇ ਨਿਰਦੇਸ਼ਾਂਕ ਜਮਾਇਤੀ, ਤਿਕੋਣਮਿਤੀ ਬਾਰੇ ਜਾਣ ਪਛਾਣ ਅਤੇ ਤਿਕੋਣਮਿਤੀ ਦੇ ਕੁਝ ਉਪਯੋਗ। ਇਹਨਾਂ ਜਿਹੜੇ ਅਧਿਆਏ ਨੇ ਜਾਂ ਇਹਨਾਂ ਜਿਹੜੇ ਚੈਪਟਰ ਨੇ ਇਹਨਾਂ 'ਤੇ ਆਧਾਰਿਤ ਆ ਔਰ ਇਹਦੇ ਜਿਹੜੇ ਕੁਐਸਚਨ ਦਿੱਤੇ ਹੋਏ ਨੇ ਇਹਦੇ ਵਿੱਚ ਉਹ MCQ ਬੇਸਡ ਨੇ। ਤੁਹਾਨੂੰ ਕੁਐਸਚਨ ਦੇ ਕੇ ਨਾਲ ਆਨਸਰ ਦਿੱਤੇ ਹੋਏ ਨੇ, ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਕਿ ਨੈਸ ਦਾ ਟੈਸਟ ਵੀ ਹੋਣਾ ਔਰ NTSC ਦਾ ਐਗਜ਼ਾਮ ਵੀ ਹੋਣਾ ਔਰ ਜਿਹੜੇ ਬੱਚੇ ਨੇ ਉਹ ਸਾਰੇ ਹੀ ਮਤਲਬ ਇਸ ਪਾਸੇ ਤਿਆਰੀ ਵਿੱਚ ਰੁੱਝੇ ਹੋਏ ਨੇ ਔਰ ਇਹ ਜਿਹੜੀਆਂ ਵਰਕਸ਼ੀਟਸ ਨੇ ਤੁਹਾਨੂੰ ਉਹਨਾਂ ਟੈਸਟਾਂ ਵਾਸਤੇ ਹੈਲਪਫੁਲ ਨੇ ਔਰ ਉਸ ਤੋਂ ਬਾਅਦ ਜਿਹੜੇ ਤੁਹਾਡੇ ਫਾਈਨਲ ਐਗਜ਼ਾਮ ਹੋਣੇ 10ਵੀਂ ਦੇ ਉਹਨਾਂ ਵਾਸਤੇ ਵੀ ਤੁਹਾਡੇ ਲਈ ਇਹ ਵਾਲੀਆਂ ਵਰਕਸ਼ੀਟਸ ਜਿਹੜੀਆਂ ਨੇ ਬਹੁਤ ਹੈਲਪਫੁਲ ਨੇ। ਔਰ ਤੁਸੀਂ ਇਹ ਵਾਲੀਆਂ ਵਰਕਸ਼ੀਟਸ ਜਿਹੜੇ ਸੋਲੂਸ਼ਨ ਤੁਸੀਂ ਆਲਰੇਡੀ ਦੇਖੇ ਨੇ, ਅੱਜ ਮੈਂ ਤੁਹਾਡੇ ਵਾਸਤੇ ਵਰਕਸ਼ੀਟ ਨੰਬਰ 18 ਉਹਦਾ ਨੂੰ ਮੈਂ ਹੱਲ ਕਰਵਾਵਾਂਗਾ। ਆ ਦੇਖੋ ਬੱਚਿਓ, ਮੈਂ ਪਹਿਲੇ ਕੁਐਸਚਨ ਦੀ ਜਿਹੜੀ ਆ ਡਾਇਗਰਾਮ ਬਣਾ ਲਈ, ਕਿਉਂਕਿ ਸਾਨੂੰ ਜਿਹੜੀ ਸਟੇਟਮੈਂਟ ਦਿੱਤੀ ਸੀ ਉਹ ਤੁਸੀਂ ਆਪਣੀ ਵਰਕਸ਼ੀਟ ਦੇ ਉੱਪਰ ਨਾਲ ਦੇਖਦੇ ਰਹੋ। ਜਿਹੜੀ ਸਟੇਟਮੈਂਟ ਹੈਗੀ ਆ ਕਿ ਉਹਨਾਂ ਨੇ ਇੱਕ ਚਤੁਰਭੁਜ ਦਿੱਤਾ ਸੀ ਔਰ ਚਤੁਰਭੁਜ ਤੁਸੀਂ ਕਿਸੇ ਵੀ ਤਰ੍ਹਾਂ ਦੀ ਵਾਹ ਸਕਦੇ ਹੋ, ਕਿਉਂਕਿ ਉਹਨਾਂ ਨੇ ਖਾਸ ਆਕ੍ਰਿਤੀ ਦਾ ਨਾਮ ਨਹੀਂ ਦਿੱਤਾ ਕਿ ਇਹ ਵਰਗ ਆ, ਆਇਤ ਆ ਜਾਂ ਕੁਛ ਹੋਰ ਵਾ। ਅਸੀਂ ਇੱਕ 4 ਭੁਜਾਵਾਂ ਵਾਲੀ ਇੱਕ ਆਕ੍ਰਿਤੀ ਬਣਾ ਕੇ ਅਤੇ ਉਹਦੇ ਜਿੰਨੇ ਵੀ ਉਹਦੇ ਵਰਟਿਸਿਸ ਦਿੱਤੇ ਸੀਗੇ ਉਹਨਾਂ ਨੇ ਸਿਖਰ ਦਿੱਤੇ ਹੋਏ ਸੀਗੇ A B C ਅਤੇ D। ਹੁਣ ਦੇਖੋ ਬੱਚਿਓ, ਮੈਂ ਸਾਰਾ ਲਿਖ ਲਿਆ ਕਿ ABCD ਜਿਹੜੇ ਚਤੁਰਭੁਜ ਦੇ ਸਿਖਰ ਹਨ। ਹੁਣ ਅਸੀਂ ਇਹਦਾ ਖੇਤਰਫਲ ਪਤਾ ਕਰਨਾ। ਖੇਤਰਫਲ ਪਤਾ ਕਰਨ ਦਾ ਤਰੀਕਾ ਇਹ ਆ ਕਿ ਜਿਹੜਾ ਅਸੀਂ ਆਪਣੇ ਅਧਿਆਏ 'ਚ ਫਾਰਮੂਲਾ ਪੜ੍ਹਿਆ ਵਾ ਉਹ ਹੈਗਾ ਤ੍ਰਿਭੁਜ ਦੇ ਖੇਤਰਫਲ ਦਾ। ਹੁਣ ਸਭ ਤੋਂ ਪਹਿਲਾਂ ਮੈਂ ਕੀ ਕਰਾਂਗਾ, A ਨੂੰ C ਨਾਲ ਮਿਲਾ ਕੇ ਇਹਦੀਆਂ 2 ਤ੍ਰਿਭੁਜਾਂ ਬਣਾ ਲਾਂਗਾ। ਦੋਨਾਂ ਤ੍ਰਿਭੁਜਾਂ ਦਾ ਮੈਂ ਖੇਤਰਫਲ ਕੱਢ ਕੇ ਦੋਵਾਂ ਨੂੰ ਜੋੜ ਦਾਂਗਾ ਅਤੇ ਉਹ ਸਾਡੇ ਕੋਲ ਇਸ ABCD ਚਤੁਰਭੁਜ ਦਾ ਖੇਤਰਫਲ ਆ ਜਾਏਗਾ। ਸਭ ਤੋਂ ਪਹਿਲਾਂ ਕੀ ਕਰਨਾ, A ਅਤੇ C ਨੂੰ ਮਿਲਾਉਣਾ। ਦੇਖੋ A ਅਤੇ C ਨੂੰ ਮਿਲਾਤਾ ਆਪਸ 'ਚ। ਹੁਣ ਸਾਡੇ ਕੋਲ 2 ਤ੍ਰਿਭੁਜ ਬਣ ਗਈਆਂ, ਇੱਕ ਬਣ ਗਈ ABC, ਇੱਕ ਬਣ ਗਈ ADC। ਅਤੇ ਅਸੀਂ ਇਹਨਾਂ ਦੋਨਾਂ ਦਾ ਖੇਤਰਫਲ ਕੱਢਾਂਗੇ ਅਤੇ ਫਿਰ ਸਾਡੇ ਕੋਲ ਚਤੁਰਭੁਜ ਦਾ ਖੇਤਰਫਲ ਆ ਜਾਏਗਾ ਇਹਨਾਂ ਦੋਨਾਂ ਦੇ ਖੇਤਰਫਲ ਨੂੰ ਜੋੜ ਕੇ। ਚਲੋ ਸਭ ਤੋਂ ਪਹਿਲਾਂ ਲਿਖਾਂਗੇ ਅਸੀਂ A ਅਤੇ C ਨੂੰ ਮਿਲਾਉਣ ਨਾਲ ਜਾਂ AC ਨੂੰ ਮਿਲਾਉਣ ਨਾਲ ਸਾਡੇ ਕੋਲ 2 ਤ੍ਰਿਭੁਜਾਂ ਆਈਆਂ। ਕਿਹੜੀਆਂ 2 ਤ੍ਰਿਭੁਜਾਂ ਕਿਹੜੀਆਂ ਬਣੀਆਂ, ਇੱਕ ਬਣੀ ABC ਅਤੇ ਦੂਸਰੀ ਕਿਹੜੀ ਬਣੀ ਤ੍ਰਿਭੁਜ ADC। 2 ਤ੍ਰਿਭੁਜਾਂ ABC ਅਤੇ ADC ਮਿਲਦੀਆਂ ਹਨ। ਇਹ ਸਾਡੇ ਕੋਲ 2 ਤ੍ਰਿਭੁਜਾਂ ਆ ਗਈਆਂ। ਹੁਣ ਦੇਖੋ, ਅਸੀਂ ਜਿਹੜਾ ਤ੍ਰਿਭੁਜ ਦੇ ਖੇਤਰਫਲ ਦਾ ਫਾਰਮੂਲਾ ਸਾਨੂੰ ਪਤਾ ਹੀ ਆ। ਚਤੁਰਭੁਜ ਦਾ ਖੇਤਰਫਲ ਜਿਹੜਾ ਨਾ ਦੋਨਾਂ ਤ੍ਰਿਭੁਜਾਂ ਦੇ ਖੇਤਰਫਲਾਂ ਦੇ ਜੋੜ ਦੇ ਬਰਾਬਰ ਆ। ਸਭ ਤੋਂ ਪਹਿਲਾਂ ਅਸੀਂ ਕੱਢਾਂਗੇ ਤ੍ਰਿਭੁਜ ABC ਦਾ ਖੇਤਰਫਲ। ਤ੍ਰਿਭੁਜ ABC ਦਾ ਖੇਤਰਫਲ। ਹੁਣ ਸਾਨੂੰ ਪਤਾ ਕਿ ਖੇਤਰਫਲ ਦਾ ਫਾਰਮੂਲਾ ਕੀ ਆ, 1/2 x1 y2 ਮਾਈਨਸ y3 ਪਲੱਸ x2 y3 ਮਾਈਨਸ y1 ਪਲੱਸ x3 y1 ਮਾਈਨਸ y2। ਇਹ ਸਾਡੇ ਕੋਲ ਤ੍ਰਿਭੁਜ ਦੇ ਖੇਤਰਫਲ ਦਾ ਫਾਰਮੂਲਾ। ਹੁਣ ਇਹਦੇ ਵਿੱਚ ਅਸੀਂ ਵੈਲਿਊਜ਼ ਪੁੱਟ ਕਰਾਂਗੇ। ਸਭ ਤੋਂ ਪਹਿਲਾਂ ਕੀ ਕਰਨਾ, ਦੇਖੋ ਜਿਹੜੀ ਸਾਡੇ ਕੋਲ ਡਾਇਗਰਾਮ ਹੈਗੀ ਆ ਉਹਦੇ 'ਚ ABC 3 ਬਿੰਦੂ ਅਸੀਂ ਲੈਣੇ ਆ, ਕਿਉਂਕਿ ਤ੍ਰਿਭੁਜ ABC ਦਾ ਖੇਤਰਫਲ ਕੱਢਣਾ। ਇਹਦੇ 'ਚੋਂ ਪਹਿਲੀ ਵੈਲਿਊ x1 ਅਤੇ ਦੂਸਰੀ y1, ਇਹਦੇ ਵਿੱਚ x2 ਅਤੇ y2 ਅਤੇ ਆਹ ਵਾਲੀ ਵੈਲਿਊ x3 ਅਤੇ y3। ਆਹ ਬਿੰਦੂ ਲਿਖ ਲੈਣੇ ਆ ਅਤੇ ਫਿਰ ਅਸੀਂ ਇੱਥੋਂ ਦੇਖ ਕੇ ਇਹਦੇ ਵਿੱਚ ਵੈਲਿਊ ਪੁੱਟ ਕਰੀ ਜਾਣੀ ਅਸੀਂ। ਦੇਖੋ 1/2 ਇਹ ਲਿਖ ਲਿਆ। ਸਭ ਤੋਂ ਪਹਿਲਾਂ x1 ਦੀ ਵੈਲਿਊ ਹੈਗੀ -5, ਬਰੈਕਟ ਦੇ ਵਿੱਚ y2 ਦੀ ਵੈਲਿਊ ਉਹ ਵੀ -5 ਵਾ, y3 ਦੀ ਵੈਲਿਊ -6 ਵਾ ਅਤੇ ਮਾਈਨਸ ਫਾਰਮੂਲੇ ਦਾ ਅਤੇ ਮਾਈਨਸ ਇਹ ਵਾਲਾ ਇਹ ਮਿਲ ਕੇ ਕੀ ਹੋ ਗਏ, ਪਲੱਸ ਦੇ
6। उस तो बाद आ गया साढ़े कोल x2। हुण आ देखो x2 की वैल्यू जी डायग्राम च दी हुई आ, वो कितनी दी -4। हुण मैं इत्थे लिखनी आ -4 तो यह प्लस तो प्लस माइनस माइनस हो जाना, तो इत्थे -4 आ जाना। मैं नाल ही करदा पिया वां क्योंकि जदों तुसीं किसी टैसट दे विच इनू कैलकुलेट करना वा तो तुहानूं ज़्यादा स्टैप लिखण की लोड़ नहीं। फार्मूला तुसीं माइंड च रख के भी कर सकते हो, तो या तुसीं फार्मूला लिख के तो उहदे च वैल्यूज़ पुट करके तो तुसीं इनू आराम नाल और क्विक सॉल्व कर सकते हो। आ देखो मैं इसे करके इत्थे बोल रहा वां नाल नाल कि x2 की वैल्यू -4 सी, माइनस प्लस माइनस हो गया। उस तो बाद y3। हुण तुसीं देखो y3 की वैल्यू इत्थे -6 आ देखो इत्थे वो मैं इत्थे लिख लाँगा -6। हुण अगे मेरे को वैल्यू हैगी आ y1 की, तो y1 की वैल्यू जी 7 आ, फार्मूले वाला माइनस लगेगा, वो वैल्यू 7 इस तरह आ जाएगी। उस तो बाद आ गया x3। x3 हैगा -1 आ देखो इत्थे C के पॉइंट पर। हुण यह प्लस वा इत्थे वैल्यू हैगी -1 तो इत्थे की आ जाएगा -1 क्योंकि माइनस तो प्लस माइनस हो जाते हैं। उस तो बाद मेरे को y1 की वैल्यू हैगी 7, वो मैं लिख ली। y2 की वैल्यू हैगी -5 तो माइनस आ वाला प्लस हो जाएगा, इत्थे प्लस का 5 आ जाएगा। अगे देखो 1/2 इधर कितना आ गया 6 चों 5 गए 1, -5 नूं 1 नाल मल्टीप्लाई किया तो कितना आ गया -5। उस तो बाद आ देखो -6 तो -7 किन्ने होंदे आ -13, -13 नूं -4 नाल मल्टीप्लाई किया तो कितना आ गया 13 चौके 52 प्लस का 52। उस तो बाद 7 5 12 इनू -1 नाल मल्टीप्लाई की तो कितना आ गया -12। मैं बच्चों इत्थे शॉर्टकट कर दिता सीधा ही कैलकुलेट, क्योंकि तुहानूं ये कैलकुलेशनस जिहड़ियां ने जदों तुसीं किसी टैसट विच करोगे या तुसीं अपने फाइनल एग्जाम विच ही करोगे, ਉਹਦੇ 'ਚ ਤੁਹਾਨੂੰ ਕੈਲਕੂਲੇਸ਼ਨ ਫਾਸਟ ਕਰਕੇ, ਕਿਉਂਕਿ ਇਹ ਕੁਐਸਚਨ ਹੈਗੇ MCQ ਬੇਸਡ, ਤੁਹਾਨੂੰ ਜਲਦੀ ਨਾਲ ਆਪਸ਼ਨ 'ਤੇ ਪਹੁੰਚਣਾ ਪਏਗਾ ਕਿਉਂਕਿ ਇਹ 'ਚ ਟਾਈਮ ਬਹੁਤ ਘੱਟ ਹੁੰਦਾ ਅਤੇ ਕੁਐਸਚਨ ਜ਼ਿਆਦਾ ਹੁੰਦੇ ਨੇ। ਇਸ ਕਰਕੇ ਤੁਹਾਨੂੰ ਇਹ ਕੈਲਕੂਲੇਸ਼ਨ ਜਿਹੜੀ ਆ ਫਾਸਟ ਕਰਨੀ ਆਉਣੀ ਚਾਹੀਦੀ ਹੈ। ਜਿਸ ਤਰ੍ਹਾਂ ਮੈਂ ਬੋਲ ਰਿਹਾ ਵਾਂ ਤੁਸੀਂ ਉਸੇ ਤਰ੍ਹਾਂ ਨਾਲ ਨਾਲ ਕਾਪੀ ਦੇ ਉੱਪਰ ਕੈਲਕੂਲੇਟ ਕਰਦੇ ਰਹੋ, ਤੁਹਾਨੂੰ ਜ਼ਿਆਦਾ ਸਮਝ ਆਏਗੀ। ਹੁਣ ਦੇਖੋ ਅੱਗੇ ਇਸ ਤੋਂ ਬਾਅਦ 1/2 ਹੁਣ -12 ਤੇ -5 ਕਿੰਨੇ ਹੋ ਗਏ -17, यानी कि 52 ਵਿੱਚੋਂ ਅਸੀਂ 17 ਮਾਈਨਸ ਕਰਨੇ ਆ, ਤੇ 52 ਵਿੱਚੋਂ 17 ਮਾਈਨਸ ਕਰੋ ਤੇ ਕਿੰਨੇ ਆਉਂਦੇ ਆ 35। ਇਹ ਸਾਡੇ ਕੋਲ ਆ ਗਿਆ 35/2। ਇਹ ਕੀ ਹੈ ਸਕੇਅਰ ਯੂਨਿਟਸ, ਕਿਉਂਕਿ ਜਿਹੜਾ ਖੇਤਰਫਲ ਵਾ ਹਮੇਸ਼ਾ ਸਕੇਅਰ ਵਿੱਚ ਹੁੰਦਾ, ਤੇ ਇੱਥੇ ਅਸੀਂ ਵਰਗ ਇਕਾਈਆਂ ਵੀ ਲਿਖ ਸਕਦੇ ਹਾਂ, ਤੇ ਮੈਂ ਤੁਹਾਨੂੰ ਇੱਥੇ ਸਕੇਅਰ ਯੂਨਿਟਸ ਲਿਖ ਦਿੱਤਾ ਇੰਗਲਿਸ਼ ਵਿੱਚ। ਇਹ ਆ ਗਿਆ ਸਾਡੇ ਕੋਲ ਤ੍ਰਿਭੁਜ ABC ਦਾ ਖੇਤਰਫਲ। ਹੁਣ ਦੇਖੋ ਦੂਸਰੇ ਪਾਸੇ ਅਸੀਂ ਦੂਸਰੀ ਤ੍ਰਿਭੁਜ ਦਾ ਖੇਤਰਫਲ ਕੱਢਾਂਗੇ, ਤ੍ਰਿਭੁਜ ADC ਦਾ ਖੇਤਰਫਲ। ਹੁਣ ਬੱਚੋ ਮੈਂ ਇੱਥੇ ਫਾਰਮੂਲਾ ਨਹੀਂ ਲਿਖਣਾ 1/2 x1 ਵਾਲਾ, ਮੈਂ ਤੁਹਾਨੂੰ ਸਮਝਾ ਦਿੰਦਾ ਵਾਂ। ਦੇਖੋ ਸੌਖਾ ਜਿਹਾ ਕੀ ਆ ਕਿ ਸਾਡੇ ਕੋਲ ਕਿਹੜੀ ਕਿਹੜੀ ਵੈਲਿਊ ਆਉਣੀ ਹੈ ਕਿ A, ਇੱਕ D ਅਤੇ ਇੱਕ C। ਹੁਣ ਤੁਸੀਂ ਧਿਆਨ ਨਾਲ ਦੇਖਿਓ ਕਿ ਆਹ ਸਾਡੇ ਕੋਲ x1 y1 ਪਹਿਲਾਂ ਹੀ ਇਹ ਹੈਗਾ, ਇੱਧਰ x3 y3 ਆ, ਆਹ ਵੈਲਿਊ ਸਾਡੇ ਕੋਲ ਬਚੀ ਆ, ਅਤੇ ਸਾਡੇ ਕੋਲ x2 ਵਾਲੀ ਇੱਧਰ ਸੀਗੀ, ਹੁਣ ਮੈਂ ਇਹਨੂੰ x2 y2 ਕਰ ਲੈਣਾ, ਬਾਕੀ x1 y1 ਉਸੇ ਤਰ੍ਹਾਂ ਹੀ ਉਸੇ ਤਰੀਕੇ ਨਾਲ ਹੀ ਇੱਥੇ ਵੈਲਿਊਜ਼ ਪੁੱਟ ਕਰਦੇ ਜਾਓ। ਫਾਰਮੂਲੇ ਦੇ ਵਿੱਚ ਸਭ ਤੋਂ ਪਹਿਲਾਂ 1/2 ਆਉਣਾ, ਫਿਰ ਆਉਣਾ x1 ਦੀ ਵੈਲਿਊ, ਅਤੇ x1 ਸਾਡੇ ਕੋਲ ਹੈਗਾ -5, ਉਹ ਡਾਇਗਰਾਮ 'ਚ ਤੁਸੀਂ ਦੇਖ ਲਿਓ ਸੇਮ ਇਹ ਵਾਲਾ ਉੱਪਰ ਜਿਸ ਤਰ੍ਹਾਂ x1 ਹੈਗਾ -5। ਤੁਸੀਂ ਨਾਲ ਨਾਲ ਡਾਇਗਰਾਮ ਆਪਣੀ ਕੈਲਕੂਲੇਸ਼ਨ ਦੇ ਨਾਲ ਨਾਲ ਦੇਖੀ ਜਾਇਓ। ਇੱਥੇ ਆ ਗਿਆ -5। ਉਸ ਤੋਂ ਬਾਅਦ ਆ ਗਿਆ y2 ਹੁਣ ਨਵਾਂ ਬਣਿਆ D ਪੁਆਇੰਟ ਦੇ ਉੱਪਰ, ਉਹ ਹੈਗਾ 5, ਇੱਥੇ ਆ ਗਿਆ 5, ਅਤੇ ਅੱਗੇ ਆ ਗਿਆ ਵਿੱਚ ਮਾਈਨਸ। ਉਸ ਤੋਂ ਬਾਅਦ ਵੈਲਿਊ ਆਉਣੀ ਆ y2 -y3, ਅਤੇ y3 ਮਾਈਨਸ ਦਾ ਵਾ, ਅਤੇ ਮਾਈਨਸ ਮਾਈਨਸ ਪਲੱਸ ਹੋ ਗਏ, ਅਤੇ ਪਲੱਸ ਦਾ 6 ਆ ਗਿਆ। ਇਸੇ ਤਰ੍ਹਾਂ ਹੀ ਅੱਗੇ ਇੱਥੇ x2 ਦੀ ਵੈਲਿਊ ਆਉਣੀ ਆ ਉਹ ਪਲੱਸ, ਕਿਉਂਕਿ ਪਲੱਸ ਦੀ ਵੈਲਿਊ x2 ਦੀ ਆ ਦੇਖੋ 4, ਅਤੇ ਆਹ ਫਾਰਮੂਲਾ ਵਾ x2, ਇਹੋ ਫਾਰਮੂਲਾ ਸੇਮ ਉੱਥੇ ਵੀ ਆਉਣਾ, ਅਤੇ ਉੱਥੇ ਅਸੀਂ ਸਿਰਫ ਇੱਥੇ 4 ਲਿਖ ਦਾਂਗੇ, ਪਲੱਸ ਦਾ 4 ਆ ਜਾਏਗਾ ਇੱਥੇ +4। ਉਸ ਤੋਂ ਬਾਅਦ ਬਾਕੀ ਜਿਹੜੀਆਂ ਵੈਲਿਊਜ਼ ਨੇ y3 -y1,
फिर प्लस ਜਿਹੜਾ ਆਉਣਾ x3 ਤੇ x3 ਸਾਡੇ ਕੋਲ ਕਿੰਨਾ -1 ਬਿਲਕੁਲ ਸੇਮ ਕੁਐਸਚਨ ਪਿਛਲੇ ਵਾਂਗ x1 x2 y x3 ਇਹ -1 ਆ ਗਿਆ ਸਿਰਫ x2 ਚੇਂਜ ਹੋਇਆ x3 -1 ਆ ਤੇ ਇੱਥੇ ਪਲੱਸ ਤੇ ਮਾਈਨਸ ਮਾਈਨਸ ਹੋ ਜਾਏਗਾ -1 ਆ ਗਿਆ ਅੰਦਰ ਵੈਲਿਊਜ਼ ਆ ਗਈਆਂ y1 ਦੀ ਵੈਲਿਊ ਹੈਗੀ ਆ 7 ਤੇ ਦੂਸਰੀ ਵੈਲਿਊ ਹੈਗੀ ਆ y2 ਦੀ 5 ਤੇ ਇਹ -5 ਆ ਜਾਣਾ ਇਹਦੀ ਬ੍ਰੈਕਟ ਕਰਾਂਗੇ ਕਲੋਜ਼ ਹੁਣ ਇਹਨੂੰ ਸੋਲਵ ਕਰ ਲਓ 1/2 6 5 11 ਤੇ 11 ਨੂੰ 5 ਨਾਲ ਮਲਟੀਪਲਾਈ ਕੀਤਾ ਤੇ ਕਿੰਨਾ ਆਇਆ 55 -55 ਉਸ ਤੋਂ ਬਾਅਦ ਇਹ ਮਾਈਨਸ ਦੇ 7 6 13 -13 ਨੂੰ 4 ਨਾਲ ਮਲਟੀਪਲਾਈ ਕੀਤਾ -52 ਇਹ ਵੀ -52 ਇੱਧਰ 7 ਚੋਂ 5 ਗਏ 2 ਤੇ 2 ਨੂੰ ਇਹਦੇ ਨਾਲ ਮਲਟੀਪਲਾਈ ਕੀਤਾ ਮਾਈਨਸ ਨਾਲ ਤੇ ਕਿੰਨਾ ਆ ਗਿਆ -2 ਹੁਣ ਦੇਖੋ ਇਹਦੀ ਕੈਲਕੂਲੇਸ਼ਨ 1/2 ਸਾਰੀਆਂ ਵੈਲਿਊਜ਼ ਨੈਗੇਟਿਵ ਆਉਣੀਆਂ ਨੇ 5 2 7 2 9 ਤੇ 5 5 10 ਤੇ ਇਹ ਸਾਰੀਆਂ ਮਾਈਨਸ ਦੀਆਂ ਨੇ -109 ਯਾਨੀ ਕਿ ਇਹ ਕਿੰਨਾ ਆ ਗਿਆ -109/2 ਹੁਣ ਦੇਖੋ ਸਾਨੂੰ ਪਤਾ ਕਿ ਜਿਹੜਾ ਖੇਤਰਫਲ ਵਾ ਕਦੀ ਰਿਣਾਤਮਕ ਨਹੀਂ ਹੁੰਦਾ ਯਾਨੀ ਕਿ ਨੈਗੇਟਿਵ ਨਹੀਂ ਹੋ ਸਕਦਾ ਏਰੀਆ ਕਦੀ ਵੀ ਇਸ ਕਰਕੇ ਅਸੀਂ ਇਹ ਵੈਲਿਊ ਨੂੰ ਪੋਜ਼ਿਟਿਵ ਲੈ ਲਾਂਗੇ ਇੱਥੇ ਲਿਖ ਦਾਂਗੇ ਖੇਤਰਫਲ ਰਿਣਾਤਮਕ ਨਹੀਂ ਹੁੰਦਾ ਤੇ ਐਸੀ ਵੈਲਿਊ ਕੀ ਲਵਾਂਗੇ ਮੈਂ ਇੱਥੇ ਲਿਖ ਦਿੰਦਾ 109/2 ਸਕੁਅਰ ਯੂਨਿਟਸ ਇਹ ਸਾਡੇ ਕੋਲ ਦੋਵਾਂ ਤ੍ਰਿਭੁਜਾਂ ਦਾ ਖੇਤਰਫਲ ਆ ਗਿਆ ਇੱਕ ਦਾ 35/2 ਤੇ ਇੱਕ ਦਾ 109/2 ਹੁਣ ਦੋਨਾਂ ਨੂੰ ਜੋੜ ਲਾਂਗੇ ਇੱਥੇ ਲਿਖਾਂਗੇ ਚਤੁਰਭੁਜ ABCD ਦਾ ਖੇਤਰਫਲ ਹੁਣ ਇਹ ਚਤੁਰਭੁਜ ਦਾ ਖੇਤਰਫਲ ਕਿਹਦੇ ਬਰਾਬਰ ਆਏਗਾ ਤ੍ਰਿਭੁਜ ABC ਦਾ ਖੇਤਰਫਲ ਪਲੱਸ ਤ੍ਰਿਭੁਜ ADC ਦਾ ਖੇਤਰਫਲ ਇਹਦਾ ਹੈਗਾ ਸੀਗਾ 35/2 ਪਲੱਸ 109/2 ਨਾਲ ਸਕੁਅਰ ਯੂਨਿਟਸ 2 LCM ਆ ਗਿਆ 35 ਤੇ 109 ਵਿੱਚ ਇਸੇ ਤਰ੍ਹਾਂ ਪਲੱਸ ਹੋ ਜਾਣਗੇ ਕਿੰਨਾ ਆ ਗਿਆ 9 5 14 4 1 144/2 ਇਹਦੀ ਕਟਿੰਗ ਕੀਤੀ 2 7 14 ਤੇ 2 दूनी 4 ਇੱਕ ਇਹਦੇ ਬਰਾਬਰ ਆ ਗਿਆ 72 ਸਕੁਅਰ ਯੂਨਿਟਸ ਯਾਨੀ ਕਿ ਵਰਗ ਇਕਾਈਆਂ ਇਹ ਸਾਡੇ ਕੋਲ ਆਨਸਰ ਆ ਗਿਆ ਇਹਦਾ ਹੁਣ ਅਸੀਂ ਆਪਣੀ ਵਰਕਸ਼ੀਟ ਦੇ ਉੱਪਰ ਦੇਖਦੇ ਹਾਂ ਕਿ ਇਹ ਵਾਲੀ ਆਪਸ਼ਨ ਜਿਹੜੀ ਆ ਉਹ ਕਿੰਨਵੇਂ ਨੰਬਰ ਦੇ ਉੱਪਰ ਆ ਦੇਖੋ ਬੱਚਿਓ 72 ਸਕੁਅਰ ਯੂਨਿਟਸ ਤੇ ਉੱਪਰ ਪੰਜਾਬੀ 'ਚ 72 ਵਰਗ ਇਕਾਈਆਂ ਤੁਸੀਂ ਆਪਣੀ ਵਰਕਸ਼ੀਟ ਦੇ ਉੱਪਰ ਆਪਸ਼ਨ ਜਿਹੜੀ ਇਹਦੀ B ਆ ਇਹਦੇ ਉੱਪਰ ਟਿਕ ਲਗਾ ਲਿਓ ਇਹ ਆਪਸ਼ਨ B ਪੰਜਾਬੀ ਮੀਡੀਅਮ ਇਹ ਇੰਗਲਿਸ਼ ਮੀਡੀਅਮ 'ਚ 72 ਇਹ ਸਾਡਾ ਪਹਿਲਾ ਕੁਐਸਚਨ ਸੀਗਾ ਇਸ ਤੋਂ ਬਾਅਦ ਦੇਖਦੇ ਹਾਂ ਕੁਐਸਚਨ ਨੰਬਰ 2 ਆ ਦੇਖੋ ਇੱਕ ਤਿਕੋਣ ਦੇ ਸਿਖਰ 4 5 1 3 ਅਤੇ 6 7 ਹਨ ਤਿਕੋਣ ਦਾ ਖੇਤਰਫਲ ਹੈ ਹੁਣ ਦੇਖੋ ਬੱਚੋ ਜਿਸ ਤਰ੍ਹਾਂ ਅਸੀਂ ਪਿਛਲਾ ਕੁਐਸਚਨ ਕੀਤਾ ਵਾ ਇੱਕ ਤ੍ਰਿਭੁਜ ਦਾ ਖੇਤਰਫਲ ਦਾ ਫਾਰਮੂਲਾ ਲਗਾ ਕੇ ਅਸੀਂ ਖੇਤਰਫਲ ਕੱਢਿਆ ਸੀ ਸੇਮ ਕੁਐਸਚਨ ਉਹੀ ਆ ਇਹਦੇ ਵਿੱਚ ਸਾਡੇ ਕੋਲ ਪਹਿਲਾਂ ਹੀ ਤ੍ਰਿਭੁਜ ਦੇ ਸਿਖਰ ਦਿੱਤੇ ਹੋਏ ਨੇ ਇੱਕ ਟਰਾਇੰਗਲ ਬਣਾ ਲਓ ਉਹਦੇ ਸਿਖਰ ਲੈ ਲਓ ABC PQR ਕੁਛ ਵੀ ਲੈ ਲਓ ਉੱਪਰ ਆ ਸਿਖਰ ਲਿਖ ਦਿਓ ਉਹੀ ਫਾਰਮੂਲਾ ਲਗਾ ਕੇ ਤੈਨੂੰ ਸੋਲਵ ਕਰਾਂਗੇ ਚਲੋ ਦੇਖਦੇ ਹਾਂ ਇਹਦਾ ਆਨਸਰ ਕਿੰਨਾ ਆਉਂਦਾ ਆ ਦੇਖੋ ਬੱਚਿਓ ਦੂਸਰੇ ਕੁਐਸਚਨ ਦੀ ਡਾਇਗਰਾਮ ਬਣਾ ਲਈ ਤ੍ਰਿਭੁਜ ਉਹਦੇ ਸਿਖਰ ਲੈ ਲਏ ਪਹਿਲਾ ਸਿਖਰ ਸੀਗਾ 4 5 ਦੂਸਰਾ 1 3 ਤੇ ਤੀਸਰਾ 6 7 ਅਸੀਂ ਆ ਲਿਖ ਲਏ ਇਹ ਉਹਨਾਂ ਦੇ ਮੈਂ ਨੰਬਰ ਉਹਨਾਂ ਦੇ ਨਾਮ ਦੇ ਦਿੱਤੇ ਉਹਨਾਂ ਨੂੰ ABC ਔਰ ਇਹ ਸਾਡੇ ਕੋਲ ਤ੍ਰਿਭੁਜ ਬਣੀ ਹੋਈ ਆ ਹੁਣ ਸਿੱਧਾ ਫਾਰਮੂਲਾ ਜਿਹੜਾ ਅਸੀਂ ਪਿਛਲੇ ਕੁਐਸਚਨ 'ਚ ਲਗਾਇਆ ਸੀਗਾ ਅਸੀਂ ਸਿੱਧਾ ਹੀ ਇਹ 'ਚ ਉਹਦਾ ਖੇਤਰਫਲ ਕੱਢਾਂਗੇ ਉਹ ਫਾਰਮੂਲਾ ਸਾਡੇ ਕੋਲ ਕੀ ਸੀਗਾ ਆ ਦੇਖੋ ਤ੍ਰਿਭੁਜ ਦਾ ਖੇਤਰਫਲ ਬਰਾਬਰ ਹੁਣ ਇੱਥੇ ਤ੍ਰਿਭੁਜ ਦਾ ਅਸੀਂ ਕੀ ਨਾਮ ਜੋ ਰੱਖਿਆ ਵਾ ABC ਰੱਖਿਆ ABC ਲਵਾਂਗੇ ਤ੍ਰਿਭੁਜ ਦਾ ਖੇਤਰਫਲ ਬਰਾਬਰ ਸੇਮ ਫਾਰਮੂਲਾ ਉਹੀ 1/2 x1 y2 - y3 ਪਲੱਸ x2
y3 माइनस y1 प्लस x3 तो y1 माइनस y2। यह साढ़े को इहदा फार्मूला आ गया। हुण यह पॉइंट्स तुसी जिन्हों मर्जी x1 y1 x2 y2 किसी लै लो। मैं इत्थों शुरू कर लेना, x1 तो आ y1, यह x2 तो y2, लास्ट वाला x3 तो y3। यह साढ़े को पॉइंट आ गए। हुण इहदे च वैल्यूज़ पुट कर दो, सॉल्व कर लो तो साढ़े कोल आंसर आ जाएगा। 1/2 x1 हैगा 4, इस सारिया वैल्यूज़ प्लस दियाँ ने, सानू कोई साइन चेंज नहीं करना पेगा किते भी। y2 की वैल्यू 3 तो y3 की वैल्यू 7 प्लस x2 हैगा 1, y3 हैगा 7 तो y1 हैगा वा 5, फिर प्लस x3 हैगा 6, y1 हैगा साढ़े को 5 तो y2 साढ़े को हैगा 3। यह सारिया वैल्यूज़ पुट कर दित्तियां। बस आ देखो यदी कैलकुलेशन भी ईजी हो जानी आ। 4 मैं ये लिख ही दिना तुहानूं, ये 3 माइनस 7 माइनस 4 प्लस एक वा 7 माइनस 5 2 प्लस 6 तो 5 माइनस 3 2। 1/2 ये अंदर आ गया माइनस 16 प्लस 2 तो प्लस 12। हुण आ देखो 12 के 2 14 माइनस 16 तो प्लस 14 माइनस 2 तो साढ़े कोल की आ गया 1/2 तो नाल माइनस 2। हुण देखो 2 एकम 2 साढ़े को कितना आंसर आया -1। मैं तुहानूं पिछले क्वेश्चन भी दस्सिया सी कि जिहड़ा खेत्रफल वो नैगेटिव नहीं हुंदा, तो इस करके इहदा असीं की लवांगे पॉजिटिव लवांगे। तो कितना आ गया 1 स्केयर यूनिट। इहदे नाल तुसीं ओही लाइन लिख लिओ, क्योंकि खेत्रफल ऋणात्मक नहीं हुंदा, द एरिया कैन नॉट बी नैगेटिव। आ लिख के तो आ साढ़े कोल आ गया आंसर। हुण असीं अपनी वर्कशीट के उपर देखते हैं कि दूसरे क्वेश्चन की जिहड़ी ऑप्शन वा वो कित्थे आ। 1 स्केयर यूनिट आ देखो ऑप्शन नंबर सी, 1 वर्ग इकाई तो या फिर आ वाला 1 स्केयर यूनिट। ये सीगा बच्चों क्वेश्चन नंबर 2। अगे देखते हैं क्वेश्चन नंबर 3। 4 बिंदुआं PQR ते S, ये 4 बिंदु दिते ने, विचों जिहड़ा दूजी चौथाई विच है वो बिंदु है। यानी कि ये क्वेश्चन सानू ग्राफ का पा दिता उन्होंने कि सैकेंड क्वाड्रेंट विच इन्हां विचों किहड़ा पॉइंट आएगा। हुण देखो सानू सैकेंड क्वाड्रेंट का पता होना चाहिए भी उहदे च एक्स की वैल्यू पॉजिटिव या नैगेटिव तो वाई की वैल्यू पॉजिटिव कि नैगेटिव, ये सानू पता होना चाहिए कि किहड़ी वैल्यू आएगी। हुण मैं तुहानूं एक्सिस बना के क्वाड्रेंट बना के तो फिर दसदा वां। वैसे जिहड़ा सैकेंड क्वाड्रेंट आ, सैकेंड क्वाड्रेंट दे विच जिहड़ा वाई पॉजिटिव हुंदा जे तो एक्स नैगेटिव हुंदा जे। हुण एक्स नैगेटिव तो वाई पॉजिटिव पहले पॉइंट 'च ही आ, यह वाला। तो बाकी तुसीं देख लो, बाकी इहदे च इस तरह कोई भी नहीं हैगा। तो चलो मैं तुहानूं इहनूं सॉल्व करके दसदा वां। वैसे तो आंसर तुहानूं पता लग ही गया कि जिहड़ा दूसरी चौथाई दे विच वा सैकेंड क्वाड्रेंट विच पॉइंट वो एक्स नैगेटिव तो वाई पॉजिटिव हुंदा जे। आ नैगेटिव पॉजिटिव सिर्फ यही आ। बाकी आ देखो एक्स तो वाई दोनों नैगेटिव, ये भी दोनों नैगेटिव, ये एक्स पॉजिटिव तो वाई नैगेटिव आ। जिहदे एक्स पॉजिटिव तो वाई नैगेटिव होवे फोर्थ क्वाड्रेंट हुंदा जे। आ सैकेंड वा, दोनों नैगेटिव वाले थर्ड क्वाड्रेंट ने। तो आंसर तो वैसे यही है भी, फिर भी मैं तुहानूं डायग्राम बना के तो फिर समझा दिना वा कि असीं ये पॉइंट किस तरह देखना वा। आ देखो बच्चों मैं एक्सिस बना ले, आ एक्स डैश तो इधर उपर वाई तो यह वाई डैश। आ देखो हुण तुहानूं पता कि जिहड़े वाई डैश वाला साइड असीं लैंदे वो नैगेटिव साइड हुंदी सारी। इस तरह ही आ देखो एक्स पॉइंट इधर माइनस वाला, इधर पॉजिटिव, यह वाई वाला उपर पॉजिटिव। हुण आ जिहड़ा पहला वा यह वाला हिस्सा उपरला इनूं असीं फस्ट क्वाड्रेंट बोलते हैं, पहली चौथाई। यह दूसरी आ, नंबर 2 पाया मैं इत्थे। आ देखो थल्ले थर्ड तो आ फोर्थ क्वाड्रेंट, ये तुसीं 9वीं 'च भी कीते होए ने। हुण जिहड़ा सानूं पॉइंट पुछया उन्होंने पुछया कि सैकेंड क्वाड्रेंट विच किहड़ा पॉइंट आएगा। हुण जिहड़े पॉइंट दिते ने तुसीं अपनी वर्कशीट के उपर देखो वो पॉइंट किहड़े ने। पहला पॉइंट हैगा -2 ते 2। हुण देखो -2 ते 2 जिहड़ा पॉइंट आ, यानी कि एक्स की वैल्यू -2
ਤੇ y ਦੀ ਵੈਲਿਊ 2। ਆ ਦੇਖੋ -2x ਇੱਥੇ ਆ ਤੇ y ਦਾ 2 ਆ ਜੇ, ਇਹ ਪੁਆਇੰਟ ਆ ਗਿਆ, P ਪੁਆਇੰਟ ਆ ਗਿਆ ਇੱਥੇ -2 ਤੇ 2। ਹੁਣ ਜਿਹੜੇ ਬਾਕੀ ਪੁਆਇੰਟ ਆ ਉਹ ਸਾਰੇ ਹੋਰ ਕਿਸੇ ਕੁਆਡਰੈਂਟ 'ਚ ਹੋਣਗੇ, ਤਾਂ ਅਸੀਂ ਪਹਿਲਾ ਪੁਆਇੰਟ ਹੀ ਚੈੱਕ ਕੀਤਾ ਤੇ ਉਹੀ ਸੈਕੰਡ ਕੁਆਡਰੈਂਟ 'ਚ ਆਇਆ, ਦੇਖੋ ਦੂਸਰੀ ਚੌਥਾਈ ਦੇ ਵਿੱਚ। ਇਸ ਕਰਕੇ ਇਹੀ ਇਹਦਾ ਆਨਸਰ ਜੇ। ਬਸ ਅਸੀਂ ਇਸੇ ਤਰ੍ਹਾਂ ਚੈੱਕ ਕਰਨੇ ਆ, ਕੁਆਡਰੈਂਟਸ ਤੁਹਾਡੇ ਮਾਈਂਡ 'ਚ ਹੋਣੇ ਚਾਹੀਦੇ ਆ, ਫਸਟ, ਸੈਕੰਡ, ਥਰਡ, ਫੋਰਥ। ਔਰ ਜਿਹੜਾ ਫਸਟ ਕੁਆਡਰੈਂਟ ਹੁੰਦਾ ਹੈ ਇਹ 'ਚ ਐਕਸ ਤੇ ਵਾਈ ਦੋਨੋਂ ਪਲੱਸ ਦੇ ਹੁੰਦੇ ਨੇ, ਇਹ ਚੀਜ਼ ਧਿਆਨ 'ਚ ਰੱਖਿਓ। ਇੱਧਰ ਦੇਖੋ ਐਕਸ ਵਾਲੀ ਵੈਲਿਊਜ਼ ਮਾਈਨਸ ਦੀਆਂ ਤੇ ਵਾਈ ਵਾਲੀਆਂ ਵੈਲਿਊ ਪਲੱਸ ਦੀਆਂ, ਇਸ ਕਰਕੇ ਇਹਦੇ 'ਚ ਮਾਈਨਸ ਤੇ ਪਲੱਸ ਇਸ ਤਰ੍ਹਾਂ ਹੁੰਦੇ ਨੇ ਕੋਆਰਡੀਨੇਟਸ। ਜਿਹੜਾ ਥਰਡ ਕੁਆਡਰੈਂਟ ਆ ਦੇਖੋ ਇਹ 'ਚ ਐਕਸ ਵੀ ਮਾਈਨਸ ਆ ਰਿਹਾ ਤੇ ਵਾਈ ਵੀ ਮਾਈਨਸ ਆ ਰਿਹਾ। ਥਰਡ ਕੁਆਡਰੈਂਟ ਦੇ ਵਿੱਚ ਦੋਨੋਂ ਵੈਲਿਊਜ਼ ਨੈਗੇਟਿਵ ਹੁੰਦੀਆਂ ਨੇ। ਤੇ ਜਿਹੜਾ ਲਾਸਟ ਕੁਆਡਰੈਂਟ ਆ ਫੋਰਥ, ਉਹਦੇ 'ਚ ਆ ਦੇਖੋ ਐਕਸ ਸਾਰਾ ਪੋਜ਼ੀਟਿਵ, ਇਹਦੀ ਵੈਲਿਊ ਦੇਖਾਂਗੇ ਤੇ ਵਾਈ ਨੈਗੇਟਿਵ ਦੀ ਦੇਖਾਂਗੇ, ਯਾਨੀ ਕਿ ਇਹਦੇ 'ਚ ਪਹਿਲੀ ਵੈਲਿਊ ਪਲੱਸ ਦੀ ਤੇ ਦੂਸਰੀ ਵੈਲਿਊ ਵਾਈ ਦੀ ਮਾਈਨਸ ਦੀ ਹੁੰਦੀ ਆ। ਬਸ ਇਹ ਹੁੰਦੇ ਜੇ ਕੁਆਡਰੈਂਟਸ ਦੇ ਵਿੱਚ, ਇਹ ਤੁਸੀਂ ਧਿਆਨ 'ਚ ਰੱਖਣਾ ਸਾਰੇ ਪੁਆਇੰਟ ਆਪਣੇ। ਤੇ ਜਦੋਂ ਤੁਸੀਂ ਆਪਣੇ ਐਗਜ਼ਾਮ ਦੇ ਵਿੱਚ ਸੋਲਵ ਕਰੋਗੇ ਤੁਹਾਨੂੰ ਆ ਬਣਾਉਣ ਦੀ ਲੋੜ ਨਾ ਪਵੇ, ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਸੈਕੰਡ ਕੁਆਡਰੈਂਟ 'ਚ ਕੀ ਆ ਰਿਹਾ, ਫਸਟ 'ਚ ਕਿਸ ਤਰ੍ਹਾਂ ਪੋਜ਼ੀਟਿਵ ਸਾਈਨ ਨੇ। ਆ ਦੇਖੋ ਫਸਟ ਦੋਨੋਂ ਪੋਜ਼ੀਟਿਵ ਤੇ ਥਰਡ ਦੋਨੋਂ ਨੈਗੇਟਿਵ, ਇੱਧਰ ਪਹਿਲਾਂ ਨੈਗੇਟਿਵ ਫਿਰ ਪੋਜ਼ੀਟਿਵ, ਇੱਧਰ ਪੋਜ਼ੀਟਿਵ ਤੇ ਫਿਰ ਨੈਗੇਟਿਵ। ਬਸ ਇਹ ਯਾਦ ਰੱਖਿਓ। ਇਹ ਸੀਗਾ ਬੱਚਿਓ ਕੁਐਸਚਨ ਨੰਬਰ 3। ਅੱਗੇ ਦੇਖਦੇ ਹਾਂ ਕੁਐਸਚਨ ਨੰਬਰ 4। ਕੁਐਸਚਨ 4 ਤੋਂ ਪਹਿਲਾਂ ਆ ਦੇਖੋ ਇਹ ਜਿਹੜਾ ਆਨਸਰ ਸੀਗਾ ਇਹਦਾ P, ਇਹ ਆਪਸ਼ਨ ਇਹਦਾ ਆਨਸਰ ਜੇ ਤੀਸਰੇ ਕੁਐਸਚਨ ਦਾ, ਵੀ P ਪੁਆਇੰਟ ਜਿਹੜਾ ਵਾ ਉਹ ਦੂਜੀ ਚੌਥਾਈ 'ਚ ਯਾਨੀ ਸੈਕੰਡ ਕੁਆਡਰੈਂਟ ਦੇ ਵਿੱਚ ਲਾਈ ਕਰੇਗਾ। ਆ ਦੇਖੋ ਅੱਗੇ ਕੁਐਸਚਨ ਨੰਬਰ 4 ਦੇਖੋ ਕੀ ਆ, ਇੱਕ ਤਿਕੋਣ ਦੇ ਸਿਖਰ ਤੇ ਤਿਕੋਣ ਦਾ ਖੇਤਰਫਲ। ਹੁਣ ਦੇਖੋ ਬੱਚਿਓ ਸੇਮ ਕੁਐਸਚਨ ਜਿਸ ਤਰ੍ਹਾਂ ਅਸੀਂ ਸੈਕੰਡ ਕੁਐਸਚਨ ਕੀਤਾ ਸੀ ਉਸੇ ਤਰ੍ਹਾਂ ਦਾ ਹੀ ਇਹ ਚੌਥਾ ਕੁਐਸਚਨ ਆ, ਔਰ ਇਹ ਵੀ ਸਾਰੀਆਂ ਵੈਲਿਊਜ਼ ਪੋਜ਼ੀਟਿਵ ਨੇ। ਮੈਂ ਫਿਰ ਵੀ ਤੁਹਾਨੂੰ ਸੋਲਵ ਕਰ ਦਿੰਦਾ ਇਹ ਕੁਐਸਚਨ, ਕਿਉਂਕਿ ਤੁਸੀਂ ਵੀ ਜਦੋਂ ਕੈਲਕੂਲੇਟ ਕਰੋਗੇ ਖੁਦ ਤੇ ਆਨਸਰ ਤੁਸੀਂ ਮੈਚ ਕਰ ਸਕਦੇ ਹੋ। ਚਲੋ ਦੇਖਦੇ ਹਾਂ ਇਹਦਾ ਸੋਲੂਸ਼ਨ ਚੌਥੇ ਕੁਐਸਚਨ ਦਾ। ਆ ਦੇਖੋ ਬੱਚਿਓ ਚੌਥੇ ਕੁਐਸਚਨ ਦੀ ਮੈਂ ਡਾਇਗਰਾਮ ਬਣਾ ਲਈ। ਇਹਦੇ ਮੈਂ ਬਿੰਦੂ ਇਸ ਵਾਰੀ ਲੈ ਲਏ ਨੇ P, Q ਤੇ R। ਹੁਣ ਜਿਹੜੇ P ਬਿੰਦੂ 6, 5, Q ਬਿੰਦੂ 4, 5 ਤੇ R 4, 10, ਇਹ ਤ੍ਰਿਭੁਜ ਦੇ ਸਿਖਰ ਹਨ। ਹੁਣ ਅਸੀਂ ਇਹਦਾ ਖੇਤਰਫਲ ਪਤਾ ਕਰਨਾ, ਬਿਲਕੁਲ ਉਹੀ ਜਿਹੜਾ ਸੇਮ ਫਾਰਮੂਲਾ ਇੱਥੇ ਲਿਖ ਲਾਂਗੇ ਕਿ ਤ੍ਰਿਭੁਜ PQR ਦਾ ਖੇਤਰਫਲ, ਸਾਰਾ ਫਾਰਮੂਲਾ ਉਹੀ 1/2 x1 y2 ਮਾਈਨਸ y3 ਪਲੱਸ x2 y3 ਮਾਈਨਸ y1, ਅੱਗੇ ਮੈਂ ਇੱਥੇ ਲਿਖ ਦਿੰਦਾ ਪਲੱਸ x3 y1 ਮਾਈਨਸ y2। ਇਹ ਸਾਡੇ ਕੋਲ ਇਹਦਾ ਫਾਰਮੂਲਾ ਆ ਗਿਆ। ਹੁਣ ਅਸੀਂ ਇਹਦੇ 'ਚ ਵੈਲਿਊਜ਼ ਪੁੱਟ ਕਰਾਂਗੇ, ਉਹੀ ਤੁਸੀਂ ਪੁਆਇੰਟ ਇਸੇ ਤਰ੍ਹਾਂ ਹੀ ਆ ਦੇਖੋ, ਪਹਿਲੇ ਪੁਆਇੰਟ ਨੂੰ x1 y1, ਦੂਸਰੇ ਪੁਆਇੰਟ ਨੂੰ x2 y2, ਜਿਹੜਾ ਤੀਸਰਾ ਪੁਆਇੰਟ ਆ ਉਹਨੂੰ x3 ਤੇ y3 ਲੈ ਲਓ। ਉਸ ਤੋਂ ਬਾਅਦ ਇਸ ਫਾਰਮੂਲੇ 'ਚ ਵੈਲਿਊਜ਼ ਪੁੱਟ ਕਰੋ, ਕੈਲਕੂਲੇਸ਼ਨ, ਉਸ ਤੋਂ ਬਾਅਦ ਆਨਸਰ। ਆ ਦੇਖੋ ਇੱਥੇ ਲਿਖ ਲੈਂਦੇ ਹਾਂ 1/2। ਹੁਣ ਜਿਹੜਾ x1 ਵਾ, ਕਿਉਂਕਿ ਸਾਰੀਆਂ ਵੈਲਿਊ ਪੋਜ਼ੀਟਿਵ ਨੇ ਸਾਰੀਆਂ ਹੀ, ਸਾਈਨ ਕੋਈ ਚੇਂਜ ਨਹੀਂ ਹੋਣਾ, ਸਿਰਫ ਤੁਸੀਂ ਵੈਲਿਊਜ਼ ਲਿਖੀ ਜਾਓ। 6 x1 ਦੀ, ਇਹ 5 ਵੈਲਿਊ ਆ ਦੇਖੋ y2 ਦੀ, ਮਾਈਨਸ y3 ਜਿਹੜਾ 10, ਅੱਗੇ ਆ ਗਏ x2 ਦੀ 4, ਇਹਦੀ 10 y3 ਦੀ, ਮਾਈਨਸ y1 ਜਿਹੜਾ ਵਾ 5, ਪਲੱਸ x3 ਹੈਗਾ ਸਾਡੇ ਕੋਲ 4 ਤੇ y1 ਹੈਗਾ 5, ਤੇ ਸਾਡੇ ਕੋਲ y2 ਦੀ ਵੈਲਿਊ ਵੀ 5 ਹੀ ਆ। ਹੁਣ ਇਹਨੂੰ ਸੋਲਵ ਕਰ ਲਓ। ਆ ਦੇਖੋ 1/2 6 ਮਾਈਨਸ 5 ਆ ਜਾਏਗਾ ਇੱਥੇ, ਪਲੱਸ 4 10 ਮਾਈਨਸ 5 5, ਪਲੱਸ 4 ਤੇ 5 ਮਾਈਨਸ 5 0। ਹੁਣ ਇਹ ਵੈਲਿਊ ਤਾਂ ਸਾਡੇ ਕੋਲ 0 ਹੋ ਗਈ, ਬਾਕੀ 1/2 ਇੱਥੇ ਆ ਗਿਆ -30 ਪਲੱਸ 20 ਤੇ ਪਲੱਸ 0, ਇਹ ਆ ਗਿਆ ਸਾਡੇ ਕੋਲ। ਇੱਥੇ ਬਣ ਗਿਆ 1/2 ਤੇ ਇਹਦੇ ਨਾਲ ਕੀ ਆ ਗਿਆ 30 ਮਾਈਨਸ 20, ਯਾਨੀ ਕਿ ਮਾਈਨਸ ਦੇ 30 ਆ ਵੱਡੀ ਟਰਮ ਆ, ਪਲੱਸ ਮਾਈਨਸ ਮਾਈਨਸ, ਤੇ ਇੱਥੇ ਆ ਗਿਆ -10।
2 5 10 कितना आया -5, पर वही जिस तरह पिछे दसिया सी कि नैगेटिव जिहड़ा खेत्रफल नहीं हुंदा, तो इस करके इहदा आंसर की आ जाएगा 5 स्केयर यूनिट्स या 5 वर्ग इकाइयाँ। यह साडे को आंसर आ गया। हुण देखते हैं अपनी वर्कशीट के उपर असीं कि जिहड़ा साडा क्वेश्चन नंबर 4 आ उहदा आंसर ये वाला किहड़ी ऑप्शन च दिता होया वा, 5 वर्ग इकाइयाँ, ऑप्शन सी। आ देखो 5 वर्ग इकाइयाँ, यह साडे कोल साडा क्वेश्चन नंबर 4 सेम क्वेश्चन नंबर जिस तरह असीं 2 कीता सी उहदे वर्गा ही सी ये भी। अगे देखो क्वेश्चन नंबर 5, बिंदुआं ए 12 8 ਅਤੇ दूसरा बिंदु हैगा जे बी 4 16 ਨੂੰ ਮਿਲਾਉਣ ਵਾਲੇ ਰੇਖਾਖੰਡ ਦਾ ਮੱਧ ਬਿੰਦੂ ਹੈ। ਦ ਮਿਡ ਪੁਆਇੰਟ ਆਫ ਦ ਲਾਈਨ ਸੈਗਮੈਂਟ ਜੁਆਇਨਿੰਗ ਦ ਪੁਆਇੰਟਸ A 12 8 ਐਂਡ B 4 16 ਇਜ਼। ਅਸੀਂ ਉਹ ਦੇਖਾਂਗੇ ਕਿ ਉਹ ਜਿਹੜਾ ਮਿਡ ਪੁਆਇੰਟ ਆ ਉਹ ਕਿਹੜਾ ਆਉਂਦਾ ਇਹਨਾਂ ਵਿੱਚੋਂ ਆਂਸਰ। ਚਲੋ ਇਹਨੂੰ ਦੇਖਦੇ ਹਾਂ ਸੋਲਵ ਕਰਕੇ। ਆ ਦੇਖੋ ਬੱਚਿਓ, 5ਵੇਂ ਕੁਐਸਚਨ ਵਾਸਤੇ ਉਹਨਾਂ ਨੇ ਕੀ ਕਿਹਾ ਸੀਗਾ ਕਿ ਦੋ ਬਿੰਦੂਆਂ ਨੂੰ ਮਿਲਾਉਣ ਵਾਲੇ ਰੇਖਾਖੰਡ ਦਾ ਜਿਹੜਾ ਮੱਧ ਬਿੰਦੂ ਆ, ਅਸੀਂ ਉਹਦੇ ਨਿਰਦੇਸ਼ਾਂਕ ਪਤਾ ਕਰਨੇ ਨੇ। ਕੀ ਨੇ? ਹੁਣ ਆ ਦੇਖੋ, ਆ A ਬਿੰਦੂ, ਆ B ਬਿੰਦੂ, ਇਹਨਾਂ ਨੂੰ ਮਿਲਾਉਣ ਵਾਲਾ ਰੇਖਾਖੰਡ ਅਸੀਂ ਆ ਬਣਾ ਲਿਆ। ਇਹਦਾ ਮੱਧ ਬਿੰਦੂ ਅਸੀਂ ਮੱਧ ਬਿੰਦੂ ਲੈ ਲੈਂਦੇ ਹਾਂ P, ਅਤੇ ਇਹਦੇ ਜਿਹੜੇ ਨਿਰਦੇਸ਼ਾਂਕ ਆ ਅਸੀਂ ਉਹ ਲੈ ਲੈਂਦੇ ਹਾਂ X ਅਤੇ Y, ਕਿਉਂਕਿ ਅਸੀਂ ਲੱਭਣੇ ਆ। ਹੁਣ ਸਭ ਤੋਂ ਅਸੀਂ ਕੀ ਲਿਖਾਂਗੇ ਪਹਿਲਾਂ कि जिहड़ा असीं आ पॉइंट लिया वा P, इहदे बारे लिखांगे। इहदे निर्देशांक जिहड़े X Y लए आ वो नाल असीं लिखांगे। की लिखांगे? मान लो P X Y A B दा मध्य बिंदु है। यह असी लैट कर लिया कि जिहड़ा P पॉइंट आ वो A B दा मध्य बिंदु आ। हुण देखो A दे निर्देशांक सानूं दिते होए आ, A B दा मध्य बिंदु है जिथे A 12 8 ਅਤੇ B 4 16 है। यह साढ़े को दो पॉइंट हैगे ने इस तरह। हुण देखो जिहड़ा मध्य बिंदु का फार्मूला वा वो की आ, मध्य बिंदु P X Y। हुण साढ़े कोल आ जिहड़े पॉइंट ने X Y का फार्मूला की हुंदा मध्य बिंदु का, X1 प्लस X2 X1 प्लस X2 ओवर 2। देखो ये की आ, साढ़े कोल जिहड़ी इन्हां दी रेशो हुंदी आ वो बराबर हुंदी आ 1 1। इस करके असीं ये सीधा ही लिख दिंदे आ फार्मूला Y1 प्लस Y2 ओवर 2। यह असीं फार्मूला लिख लिया। हुण इहदे च असीं पॉइंट जिहड़े वो भर दांगे। हुण इनू सीधा ही सॉल्व कर सकते हैं असीं इत्थे। आ देखो X1 की वैल्यू ये भर दी 12, तो X2 है साढ़े को 4, इधरों ले लेना। उस तरीके नाल बच्चों जितना पिछले क्वेश्चन असीं पॉइंट लेंदे सी X1 Y1 तो आ X2 तो Y2। ये आ गया 12 जमा 4 बटा 2, तो दूसरे पासे साढ़े कोल कितना आ गया 8 जमा 16 बटा 2। इनू इतना ही सॉल्व कर लो। 12 जमा 4 16, 16 बटा 2, इधर 16 ते 8 24 बटा 2। कटिंग कर दो, 2 8 16 तो 12 दूना 24। साढ़े को जिहड़ा पॉइंट आ गया वो की आ गया 8 ते 12, यानी कि जिहड़ा मध्य बिंदु आ उहदे साढ़े को निर्देशांक जिहड़े आ गए 8 ते 12। ये साडा बिंदु बन गया जिहड़ा सानूं चाहीदा सीगा P बिंदु 8 12। हुण ये असीं देखते हैं अपनी वर्कशीट के उपर कि ये वाला बिंदु कित्थे आ। 5वें क्वेश्चन दे विच देखो पहला पॉइंट 8 ते 12, ये इहदा आंसर जे ऑप्शन नंबर ए। अगे देखो क्वेश्चन नंबर 6, बिंदुआं
ए ਅਤੇ ਬੀ ਦੇ ਵਿਚਕਾਰ ਦੀ ਦੂਰੀ ਹੈ। ਹੁਣ ਇਹਨਾਂ ਦੇ ਵਿਚਕਾਰ ਦਾ ਅਸੀਂ ਡਿਸਟੈਂਸ ਪਤਾ ਕਰਨਾ ਵਾ। ਦੋ ਬਿੰਦੂ ਦਿੱਤੇ ਨੇ, ਇੱਕ ਏ ਪੁਆਇੰਟ ਦਿੱਤਾ 5 -8 ਤੇ ਬੀ ਪੁਆਇੰਟ ਦਿੱਤਾ -2 ਤੇ 3। ਤੇ ਇਹਨਾਂ ਦੇ ਵਿਚਕਾਰ ਦਾ ਅਸੀਂ ਡਿਸਟੈਂਸ ਫਾਈਂਡ ਕਰਨਾ ਵਾ। ਚਲੋ ਦੇਖਦੇ ਹਾਂ ਇਹਦਾ ਸੋਲੂਸ਼ਨ। ਆ ਦੇਖੋ ਬੱਚਿਓ, 6ਵੇਂ ਕੁਐਸਚਨ ਸਾਨੂੰ ਆ ਦੋ ਬਿੰਦੂ ਦਿੱਤੇ ਨੇ, ਇਹਨਾਂ ਦੇ ਵਿਚਕਾਰ ਦੂਰੀ ਪਤਾ ਕਰਨੀ ਆ, ਯਾਨੀ ਕਿ ਬਿੰਦੂ ਏ ਤੇ ਬੀ ਦੇ ਵਿਚਕਾਰ ਅਸੀਂ ਸਿੱਧਾ ਹੀ ਡਿਸਟੈਂਸ ਫਾਰਮੂਲਾ ਲਿਖਾਂਗੇ। ਏ ਬੀ ਦੇ ਬਰਾਬਰ ਜਿਹੜਾ ਡਿਸਟੈਂਸ ਫਾਰਮੂਲਾ ਉਹ ਕੀ ਆ, ਵਰਗਮੂਲ ਦੇ ਵਿੱਚ x2 ਮਾਈਨਸ x1 ਦਾ ਸਕੇਅਰ ਪਲੱਸ y2 ਮਾਈਨਸ y1 ਦਾ ਸਕੇਅਰ। ਇਹ ਫਾਰਮੂਲਾ ਜਿਹੜਾ ਦੂਰੀ ਸੂਤਰ ਸਾਡੇ ਕੋਲ। ਹੁਣ ਉਸੇ ਤਰੀਕੇ ਨਾਲ ਹੀ ਆ ਦੇਖੋ x1 ਤੇ y1, ਇੱਧਰ x2 ਤੇ y2, ਇਹ 'ਚ ਵੈਲਿਊਜ਼ ਪੁੱਟ ਕਰ ਦਿਓ, ਸੋਲਵ ਕਰੋ, ਆਨਸਰ ਆ ਜਾਏਗਾ। x2 ਦੀ ਵੈਲਿਊ -2 ਲਿਖ ਦਿੱਤੀ, ਉਸ ਤੋਂ ਬਾਅਦ ਮਾਈਨਸ x1 ਦੀ ਵੈਲਿਊ 5 ਸਕੇਅਰ ਪਾਤਾ ਪਲੱਸ y2 ਕਿੰਨਾ 3 ਮਾਈਨਸ ਫਾਰਮੂਲੇ ਦਾ, ਤੇ y1 ਦੀ ਵੈਲਿਊ ਲੈਣੀ ਆ ਉਹ -8 ਆ, ਤੇ ਇੱਥੇ ਹੋ ਜਾਏਗਾ ਪਲੱਸ ਮਾਈਨਸ ਪਲੱਸ, ਤੇ ਆ 8 ਦੇ ਨਾਲ ਇਹਦੀ ਪਾਵਰ 2। ਇਹਨੂੰ ਸੋਲਵ ਕਰ ਲਾਂਗੇ, ਇਹ ਆ ਜਾਏਗਾ -7 ਦਾ ਸਕੇਅਰ ਪਲੱਸ 8 ਤੇ 3 11 ਦਾ ਸਕੇਅਰ। ਕਿੰਨਾ ਆ ਗਿਆ ਸਾਡੇ ਕੋਲ, 7 ਦਾ ਸਕੇਅਰ 49 ਜਮਾ 121 11 ਦਾ ਸਕੇਅਰ। ਇਹਨਾਂ ਦੋਨਾਂ ਨੂੰ ਪਲੱਸ ਕੀਤਾ, 9 ਤੇ 1 10, 4 2 6 ਤੇ 1 7, 170। ਹੁਣ 170 ਦਾ ਵਰਗਮੂਲ ਨਹੀਂ ਨਿਕਲੇਗਾ, ਅਸੀਂ ਆਪਣਾ ਆਨਸਰ ਦੇਖਦੇ ਹਾਂ। ਇਹ 170 ਜਿਹੜਾ ਵਾ ਇਹ ਸਾਡੇ ਕੋਲ ਡਿਸਟੈਂਸ ਆ ਗਿਆ ਵਾ। ਜਿੰਨੀਆਂ ਵੀ ਇਕਾਈਆਂ ਹੋਣਗੀਆਂ ਦੇਖਦੇ ਹਾਂ ਅਸੀਂ ਕਿ ਸਾਡੇ ਕੋਲ ਆਨਸਰ ਜਿਹੜੇ ਇਸ ਤਰ੍ਹਾਂ ਦੇ ਦਿੱਤੇ ਨੇ। ਆ ਦੇਖੋ ਬੱਚੇ, ਕੁਐਸਚਨ ਨੰਬਰ 6, ਇਹਦੀ ਪਹਿਲੀ ਆਪਸ਼ਨ ਦੇਖੋ, ਵਰਗਮੂਲ 170, ਔਰ ਇਹੀ ਇਹਦਾ ਆਨਸਰ ਜੇ 6ਵੇਂ ਕੁਐਸਚਨ ਦਾ ਪਹਿਲੀ ਆਪਸ਼ਨ। ਅੱਗੇ ਦੇਖੋ ਨੈਕਸਟ ਕੁਐਸਚਨ ਨੰਬਰ 7, ਇੱਕ ਤਿਕੋਣ ਦੇ ਸਿਖਰ ਦਿੱਤੇ ਨੇ ਤੇ ਤਿਕੋਣ ਦਾ ਖੇਤਰਫਲ। ਬਿਲਕੁਲ ਸੇਮ ਕੁਐਸਚਨਸ ਉਸੇ ਤਰ੍ਹਾਂ ਜਿਸ ਤਰ੍ਹਾਂ ਅਸੀਂ ਪਿੱਛੇ ਕੀਤੇ ਆ। ਕੁਐਸਚਨ ਨੰਬਰ 2 ਕੀਤਾ ਸੀ, ਕੁਐਸਚਨ ਨੰਬਰ 4 ਕੀਤਾ ਸੀ, ਸੇਮ ਉਸੇ ਤਰ੍ਹਾਂ ਦਾ ਕੁਐਸਚਨ ਸਾਨੂੰ ਇਹ ਕੁਐਸਚਨ ਨੰਬਰ 7 ਦੇ ਦਿੱਤਾ ਵਾ। ਚਲੋ ਇਹ ਵੀ ਤੁਹਾਨੂੰ ਮੈਂ ਸੋਲਵ ਕਰਕੇ ਦਿਖਾ ਦਿੰਦਾ। ਆ ਦੇਖੋ ਬੱਚਿਓ, 7ਵਾਂ ਕੁਐਸਚਨ ਬਿਲਕੁਲ ਸੇਮ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ। ਸੈਕਿੰਡ ਕੁਐਸਚਨ ਤੇ ਫੋਰਥ ਕੁਐਸਚਨ ਸੀਗਾ। ਤ੍ਰਿਭੁਜ ਬਣਾ ਲਈ, ABC ਉਹਦੇ ਸਿਖਰ ਲੈ ਲਏ, ਔਰ ਉਹਨਾਂ ਦੇ ਅਸੀਂ ਜਿਹੜੇ ਨਿਰਦੇਸ਼ਾਂਕ ਸੀਗੇ ਉਹ ਲਿਖ ਲਏ। ਹੁਣ ਦੇਖੋ ਤ੍ਰਿਭੁਜ ਦਾ ਖੇਤਰਫਲ ਪਤਾ ਕਰਨਾ ਵਾ, ਉਸੇ ਤਰੀਕੇ ਨਾਲ ਹੀ ਸੇਮ ਜਿਸ ਤਰ੍ਹਾਂ ਅਸੀਂ ਪਿੱਛੇ ਸੋਲਵ ਕੀਤਾ ਸੀਗਾ। ਤ੍ਰਿਭੁਜ ABC ਦਾ ਖੇਤਰਫਲ 1/2, ਸੇਮ ਫਾਰਮੂਲਾ ਸਾਰਾ ਉਸੇ ਤਰੀਕੇ ਨਾਲ ਤੁਸੀਂ ਲਿਖ ਲੈਣਾ। x1, ਉਸ ਤੋਂ ਬਾਅਦ ਆ ਗਿਆ ਸਾਡੇ ਕੋਲ y2 ਮਾਈਨਸ y3, ਫਿਰ x2, y3 ਮਾਈਨਸ y1 ਪਲੱਸ x3, y1 ਮਾਈਨਸ y2। ਇਹ ਸਾਡੇ ਕੋਲ ਫਾਰਮੂਲਾ ਆ ਗਿਆ। ਹੁਣ ਇਹਦੇ 'ਚ ਅਸੀਂ ਵੈਲਿਊਜ਼ ਪੁੱਟ ਕਰਾਂਗੇ। ਉਹੀ ਤੁਸੀਂ ਪੁਆਇੰਟ ਉਸੇ ਤਰ੍ਹਾਂ ਲੈ ਲਿਓ, x1 y1, x2 y2 ਅਤੇ x3 y3। ਫਾਰਮੂਲੇ ਦੇ ਵਿੱਚ ਅਸੀਂ ਵੈਲਿਊਜ਼ ਲਿਖਾਂਗੇ ਅਤੇ ਇਹਨੂੰ ਕੈਲਕੂਲੇਟ ਕਰ ਲਾਂਗੇ। x1 7, ਉਸ ਤੋਂ ਬਾਅਦ ਆ ਗਿਆ y2, ਇਹ y2 6 ਆ ਜਾਏਗਾ, -4 ਪਲੱਸ ਜਿਹੜਾ x2 ਦੀ ਵੈਲਿਊ -7 ਵਾ, ਮੈਂ ਇੱਥੇ ਵੱਖਰੀ ਲਿਖ ਲੈਣਾ, -7 ਅਤੇ 4 -6 ਪਲੱਸ x3 0 ਆ, ਅਤੇ ਇਹ ਕਿੰਨਾ ਆ ਗਿਆ ਦੇਖੋ, y1 ਵੀ 6 ਅਤੇ y2 ਵੀ 6, 6 -6। ਇਹਨੂੰ ਸੋਲਵ ਕਰ ਦਿਓ, 7 6 ਚੋਂ 4 ਗਏ ਅਤੇ 2। ਇੱਥੇ ਆ ਗਿਆ ਸਾਡੇ ਕੋਲ ਪਲੱਸ -7 ਅਤੇ -2, ਇਹ ਪਲੱਸ 0 ਅਤੇ ਅੰਦਰ ਵੀ 0। ਹੁਣ ਅਸੀਂ ਕੀ ਲਿਖਾਂਗੇ, 1/2 14
माइनस तो माइनस कट हो गए तो 14 जमा 14 प्लस 0 1/2 14 जमा 14 28 हुण कट दो 14 दूना 28 साढ़े को कितना आंसर आ गया 14। हुण ये खेत्रफल वा ये वर्ग इकाइयाँ या स्केयर यूनिट्स असी लिख लांगे। हुण देखते हैं असी कि साढ़े कोल ये वाली ऑप्शन जिहड़ी आ 7वें क्वेश्चन की 14 वर्ग इकाइयाँ कित्थे आ देखो 7वें क्वेश्चन का आंसर बी ऑप्शन 14 वर्ग इकाइयाँ तो या 14 स्केयर यूनिट्स 14 स्केयर यूनिट्स। ये सीगा बच्चों क्वेश्चन नंबर 7। अगे देखो क्वेश्चन नंबर 8 की आ cos 30 डिग्री इंटू cos 60 डिग्री माइनस sin 30 डिग्री इंटू sin 60 डिग्री का मुल है द वैल्यू ऑफ दिस। हुण देखो बच्चों ये असीं की करना जिहड़ियां साडे कोल ट्रिग्नोमैट्रिक एक टेबल आ उहदे विचों असीं इहदियां वैल्यूज़ पुट करांगे इनू सॉल्व करांगे और साडे कोल आंसर आ जाएगा। चलो देखते हैं इसका सलूशन। आ देखो बच्चों आ साडी स्टेटमेंट सी 8वें क्वेश्चन की। हुण इहदे च वैल्यूज़ पुट कर देनियां ने जिहड़ी cos 30 डिग्री की वैल्यू आ वो हुंदी जे √3/2 इंटू cos 60 इहदी वैल्यू हुंदी जे 1/2 यानी 1/2 माइनस sin 30 ये वैल्यूज़ उल्ट हो जांदियां ने sin 30 की 1/2 तो sin 60 की वैल्यू √3/2 इनू सॉल्व कर लो। √3 नूं 1 नाल मल्टीप्लाई किया √3 2 2 ज़ा 4 माइनस √3 नूं 1 नाल किया तो √3 ते थल्ले 2 दूनी इधर 4। हुण देखो दोनों सेम ने जे इनू सॉल्व भी करांगे कटिंग करांगे तो यदा आंसर तां भी 0 ही होना वा बिल्कुल सेम ने कट कर दिता इज़ इक्वल टू 0 यदा आंसर की आ गया 0। हुण असीं अपनी वर्कशीट दे विच देखदे हां कि ये वाला आंसर जिहड़ा 0 आ ये ऑप्शन किनवी आ। तुसीं देखो ध्यान नाल इहदे विच जिहड़ा 8वां क्वेश्चन आ उहदी ऑप्शन सी ऑप्शन इहदा आंसर जे 0। अगे देखो बच्चों क्वेश्चन नंबर 9 जे साइन थीटा 1/2 है तो कोसीकेंट स्केयर थीटा किहदे बराबर है। इफ साइन थीटा इज़ इक्वल टू 1/2 दैन कोसीकेंट स्केयर थीटा इज़ इक्वल टू। इनू भी देखते हैं सॉल्व करके कि किस तरह सॉल्व करना। आ देखो बच्चों 9वें क्वेश्चन च साइन थीटा 1/2 दिता सी असी कोसीकेंट थीटे की वैल्यू फाइंड करनी यानी कोसीकेंट स्केयर थीटा। हुण देखो बच्चों जिहड़ा साइन ते कोसीकेंट आपस में उल्ट होंदे ने यानी कि जे असी लिखीए 1/sin थीटा ये किहदे बराबर आ कोसीकेंट थीटे दे ये 1/sin थीटा वो किहदे बराबर आ कोसीकेंट थीटा यानी कि उल्ट वा तो जे साइन थीटा वा तो 1 कोसीकेंट के बराबर आ। हुण साडे को साइन थीटे की वैल्यू 1/2 दित्ती हुई आ। हुण आ देखो कोसीकेंट की वैल्यू कड्ढण वास्ते सानूं की चाहिदा साइन का उल्ट यानी कि 1/sin। तो जे मैं इत्थे इहदी वैल्यू पुट करदा साइन थीटे की जगह ते 1/1/2 इज़ इक्वल टू कोसीकेंट थीटा यह 2 उपर आ जाएगा तो कोसीकेंट थीटे की वैल्यू कितनी आ गई 2/1 तो 2। हुण इहदा सानूं स्केयर चाहिदा मैं इहदा स्केयर कर दांगा स्केयरिंग बोथ साइड्स कोसीकेंट स्केयर थीटा इज़ इक्वल टू इधर इहदा स्केयर हो जाएगा 2 का स्केयर तो 2 का स्केयर कितना हुंदा 4 तो यही इहदा आंसर जे इहदा आंसर कितना आ गया 4। हुण देखते हैं असीं वर्कशीट दे विच आ देखो बच्चों 9वां क्वेश्चन ऑप्शन डी ऑप्शन इहदा आंसर जे 4 आंसर आ गया इहदा। हुण अगे देखो क्वेश्चन नंबर 10 साइन 30 डिग्री cos 60 डिग्री का मुल है। हुण इहदे च भी उस तरह ही साइन 30 तो cos 60 का मुल भर के इनू सॉल्व कर दो तो आंसर आ जाएगा। देखते हैं सलूशन इहदा भी। 10वां क्वेश्चन साइन 30 डिग्री तो cos 60 डिग्री इन्हां दी वैल्यूज़ लिख दिंदे हां असीं। साइन 30 डिग्री की वैल्यू 1/2 मल्टीप्लाई cos 60 की वैल्यू भी 1/2 तो दोनों नू मल्टीप्लाई कर दो आपस में कितना आ गया 1 नूं 1 नाल कीती 1 2 नूं 2 नाल कीती तो 4 बस 1/4 यही इहदा आंसर आ
देखते हैं असी ये 10वें क्वेश्चन का आंसर देखो बच्चों 1/4 ऑप्शन डी है लास्ट वाली यदा आंसर जे साडा जिहड़ा क्वेश्चन नंबर 10 का। अगे देखते हैं क्वेश्चन नंबर 11। आ देखो बच्चों 11वां क्वेश्चन की आ कि जे थीटा बराबर 30 डिग्री तो 2 साइन थीटा कॉस थीटा बराबर है, यानी कि इफ़ थीटा इज़ इक्वल टू 30 डिग्री दैन 2 साइन थीटा कॉस थीटा इज़ इक्वल टू। ये भी मैं तुहानूं लिख के करके दसदा सॉल्व कितना आंसर आएगा। आ देखो बच्चों 11वां क्वेश्चन कि जे थीटा बराबर 30 डिग्री तो 2 साइन थीटा कॉस थीटा किहदे बराबर होएगा। हुण देखो बच्चों जिथे थीटा वा उत्थे असीं 30 डिग्री भर देंगे तो साडे कोल की आ जाएगा 2। आ देखो साइन थीटा वा उत्थे मैं लिख दांगा साइन 30 डिग्री इस जगह ते कॉस ये भी 30 डिग्री। हुण इन्हां दीयां वैल्यूज़ पुट कर दो तो साडे कोल आंसर आ जाएगा। जिहड़ा साइन 30 डिग्री आ उहदी वैल्यू हैगी 1/2। हुणे असीं पिछला क्वेश्चन भी कीता सी इहदे नाल दा एक। ते जिहड़ा कॉस 30 आ उहदी वैल्यू साडे कोल हुंदी है √3/2। हुण आ देखो आ 2 नाल 2 कट्टिया गया 2 एकम 2। साडे कोल बाकी की बचा √3 नूं 1 नाल मल्टीप्लाई कीती √3 ते 2 एकम 2। बस यही इहदा आंसर जे 11वें क्वेश्चन का। हुण देखते हैं कि 11वें क्वेश्चन का जिहड़ा वर्कशीट दे विच आंसर किहड़ी ऑप्शन आ देखो बच्चों √3/2 पहली ऑप्शन ए यही इहदा आंसर जे 11वें क्वेश्चन का। अगे देखते हैं क्वेश्चन नंबर 12। 12वां क्वेश्चन देखो कॉस 30 डिग्री इंटू कॉस 60 डिग्री प्लस साइन 30 डिग्री इंटू साइन 60 डिग्री का मुल है। ये भी बच्चे उस तरह ही असी इन्हां दी वैल्यूज़ पुट करके तो सॉल्व करके देखांगे कि किहड़ी ऑप्शन जिहड़ा वा साडा आंसर आउंदा। आ देखो बच्चों 12वें क्वेश्चन की स्टेटमेंट इन्हां दी वैल्यूज़ पुट करिए। जिहड़ा साडे कोल कॉस 30 डिग्री आ वो हैगा √3/2, कॉस 60 की वैल्यू 1/2 प्लस साइन 30 1/2 तो साइन 60 √3/2। हुण इन्हां नूं सॉल्व कर लो। इनू इहदे नाल मल्टीप्लाई किया √3 2 2 4 यानी कि 2 दूनी 4 प्लस यह भी 1 नाल मल्टीप्लाई की वर्गमूल 3 इस तरह 2 दूनी 4। हुण 4 जिहड़ा इहदा एलसीएम आ जाएगा तो इधर की आ जाएगा वर्गमूल 3 जमा वर्गमूल 3 इस तरह ही। हुण देखो वर्गमूल 3 2 वारी आ तो इनू 2 वारी लिख लांगे 2 वर्गमूल 3/4 2 एकम 2 2 दूनी 4 कितना आंसर आ गया वर्गमूल 3/2। ये दा आंसर जे असी देखते हैं वर्कशीट के विच कि किहड़ी ऑप्शन है आंसर। आ देखो बच्चों लास्ट ऑप्शन 12वें क्वेश्चन की ऑप्शन डी वर्गमूल 3/2। अगे देखो क्वेश्चन नंबर 13 जे टैन थीटा बराबर 3/4 है तो कॉट थीटा बराबर है, यानी कि इफ़ टैन थीटा इज़ इक्वल टू 3/4 दैन कॉट थीटा इज़ इक्वल टू। लिख के मैं तुहानूं दसदा कि इहदा की आंसर आएगा। आ देखो बच्चों हुण टैन ते कॉट दोनों रैसीप्रोकल हुंदे ने, यानी कि जे टैन थीटे की वैल्यू जिन्नी आ कॉट थीटा ये उलट हुंदा जे, यानी कि जां तो तुसीं इस तरह लिख लो कॉट थीटा बराबर 1/टैन थीटा तो या टैन थीटा इज़ इक्वल टू 1/कॉट थीटा। सानू कॉट की वैल्यू चाहिए, मैं कॉट इस तरह लिख लिया 1/टैन थीटा लिख लिया। ये मैं वैल्यू पुट कर दिना टैन थीटे की वैल्यू कितनी है 3/4। हुण देखो यह 4 रैसीप्रोकल उपर चल जाएगा थले कितना रह गया 3 तो यही इहदा आंसर जे कॉट थीटे की वैल्यू 4/3। यानी कि याद रखियो जिस तरह साइन का मैं कोसीकेंट नाल दसिया सी टैन का कोटेंजेंट के नाल ते कॉस का सीकेंट के नाल ये दोनों वैल्यूज़ रैसीप्रोकल होंदियां ने। जे इहदी वैल्यू दी है तो टैन की पुछी है तो उल्ट कर दो, तो जे टैन की दे के कॉट की पुछी तो उल्ट कर दो। ये जिहड़ियां ने इहदा आंसर आ। चलो देखते हैं अपनी वर्कशीट के विच कि 13वें क्वेश्चन का आंसर जिहड़ा वो कितना दिता होया वा। आ देखो 13वें क्वेश्चन के विच आंसर जिहड़ा असीं फाइंड कीता सीगा इहदा उल्ट 4/3 3/4 का उल्ट 4/3 पहली ऑप्शन ए इहदा आंसर जे। अगे देखो क्वेश्चन नंबर 14 कॉस 45 डिग्री साइन 30 डिग्री का मुल है। बिल्कुल सिंपल कॉस 45 तो साइन 30 का मुल भर के उन्होंने सॉल्व करांगे तो आंसर आ जाएगा। आ देखो बच्चों कॉस 45 तो साइन 30 कॉस 45 उसकी वैल्यू कितनी होंदी है 1/वर्गमूल 2 तो साइन 30 की वैल्यू
1/2, इन्हां नूं मल्टीप्लाई कर दो 1/2 ते वर्गमूल 2। हुण देखते हैं जे तो आंसर इस तरह का दिता फिर तो आंसर यही होएगा, तो जे डिनोमीनेटर चों इन्हां ने हर विचों वर्गमूल खत्म किया होएगा तो फिर असीं रैशनलाइज करके तो इनू असीं सॉल्व कर सकते हैं। चलो देखते हैं असीं पहलां वर्कशीट दे विच कि 14वें क्वेश्चन का आंसर ये वाला हैगा कि नहीं। आ देखो बच्चों 14वें क्वेश्चन की ऑप्शन सी देखो, बिल्कुल सेम वही आंसर 1/2 नाल वर्गमूल 2, यही इहदा आंसर आ गया ऑप्शन सी। अगे देखो 15वां क्वेश्चन, टैन 13 डिग्री बराबर है, यानी कि टैन 30 डिग्री किहदे बराबर होएगा। आ देखो बच्चों 15वें क्वेश्चन दे विच टैन 13 डिग्री का पुछया भी किहदे बराबर होएगा। देखो बच्चों जिहड़ी साडीआं ट्रिग्नोमैटिक रेशोस ने ये असीं 90 डिग्री के नाल असीं रेसिप्रोकल बनाउंदे आ। जिस तरह टैन का उल्ट कॉट, लेकिन वो 90 माइनस थीटा होए तो फिर हुण इहनूं 90 माइनस थीटा करांगे असीं तो फिर असीं देखांगे कि ये वैल्यू जिहड़ी वो किहदी आ। देखो इहनूं असीं लिख सकते हैं टैन 90 डिग्री माइनस 77 डिग्री, यानी कि 90 विचों 77 माइनस करिए तो टैन 13 डिग्री फिर आ जाएगा। यह लिख लिया। सानू पता कि टैन 90 माइनस थीटा, इत्थे थीटा कितना वा हुण 77 डिग्री, ये किहदे बराबर हुंदा कॉट दे, तो कितना आ गया कॉट 77 डिग्री। बस यही इहदा आंसर जे। अपनी वर्कशीट दे विच देखो कि ये वाली ऑप्शन जिहड़ी आ किनवीं आ 15वें क्वेश्चन की। आ देखो बच्चों कॉट 77 डिग्री, लास्ट ऑप्शन जे डी, यही इहदा आंसर जे डी ऑप्शन कॉट 77 डिग्री। अगे देखो क्वेश्चन नंबर 16, जे कॉस थीटा बराबर 1/2 है तो टैन स्केयर थीटा किहदे बराबर है। चलो ये भी लिख के करके दसदा तुहानूं मैं। आ देखो बच्चों सानू 16वें क्वेश्चन च कॉस थीटा 1/2 दिता, टैन स्केयर थीटे की वैल्यू पुछी आ। देखो ये बच्चों ट्रिग्नोमैटिक रेशोस दे विच ये रेसिप्रोकल च नहीं आउंदे और ये तो असीं सीधा टैन की वैल्यू भी फाइंड नहीं कर सकते। जे रेसिप्रोकल हुंदा तो असीं जिस तरह पिछले क्वेश्चन कीते सी उस तरह कर लेना सी। हुण इहदे च की आउणा वा, देखो तुहानूं पता कि जिहड़ियां ट्रिग्नोमैटिक रेशोस ने यानी कि त्रिकोणमितीय अनुपात जिहड़े ने वो समकोणी त्रिभुज के उत्ते लागू हुंदे ने। हुण समकोणी त्रिभुज दे विच जिहड़ा मैं इहदा जिहड़ी पिछली वर्कशीट जिहड़ी मैं करवाई सी उहदे च मैं सारा एक्सप्लेन कीता, मैं इहदे च भी कर दिंदा। और एक गल का ध्यान रखियो बच्चों, आ जिहड़ियां वर्कशीट्स जे सलूशन तुसीं बाकी देखने आ ते तुहानूं सारिआं दे लिंक डिस्क्रिप्शन बॉक्स में मिल जाएंगे। और चैनल जरूर सबसक्राइब कर लिया करो क्योंकि मेरी आने वाली वीडियो का नोटिफिकेशन तुहानूं तुरंत जिहड़ा वा तुहाडे तक पहुँच जाएगा। देखो ट्रिग्नोमैटिक रेशोस दे विच मैं तुहानूं दस्सिया सीगा कि यह फार्मूला तुसीं नॉर्मली याद करने वास्ते पंडित बद्री प्रसाद हर हर बोल, हुण ये सारे ओवर च आ जाते हैं P/H, B/H तो P/B। ये किहदियां वैल्यूज़ ने, पहली हैगी साइन की, दूसरी कॉस की तो तीसरी टैन की। बाकी रेसिप्रोकल साइन का इत्थे कोसीकेंट आ जाता जे, कॉस का सीकेंट तो यह कॉट, यानी कि जे इन्हां दियां वैल्यूज़ लैनियां पैण तो इधरों की उलट साइड तो देख लैनियां। हुण देखो सानूं इत्थे कॉस दिता होया वो हैगा बेस ओवर हाईपोटीन्यूज़। हुण देखो परपेंडिकुलर के सामने वाला हाईपोटीन्यूज़ यानी कि आ करन वा एच, आ साइड आ गई, आ बेस तो आ परपेंडिकुलर। हुण जिहड़ा कॉस थीटा वा ये सानूं पता कि बेस ओवर हाईपोटीन्यूज़ यानी B/H, तो B की वैल्यू कितनी होगी 1, यानी कि आ 1 वा, हाईपोटीन्यूज़ कितना आ गया 2। हुण असीं परपेंडिकुलर कड्डांगे तो फिर टैन की वैल्यू असीं कढ लांगे टैन स्केयर थीटे की। आ देखो परपेंडिकुलर कड्ढण वास्ते पाइथागोरस थ्योरम लगावांगे। हुण इत्थे लिख लेना पाइथागोरस प्रमेय अनुसार पाइथागोरस प्रमेय के अनुसार की आ करन का वर्ग यानी कि हाईपोटीन्यूज़ का वर्ग, इत्थे लिख लो हाईपोटीन्यूज़ AC उहदा वर्ग बराबर परपेंडिकुलर AB का वर्ग जमा आधार BC का वर्ग। AC साडे कोल कितना वा 2, इहदा वर्ग
ए बी असी फाइंड करना यानी पी असी लभना वा इत्थे पी दा वर्ग या ए बी भी लिखिया रहन दो तुसी ते बी सी दे विच 1 दा वर्ग 4 बराबर पी दा वर्ग जमा 1 4 माइनस 1 प्लस दा 1 इधर जाके माइनस दा हो गया तो पी स्केयर यानी कि पी स्केयर बराबर 3 4 घटाओ 1 3 आ गया तो यदा स्केयर जो हटाया तो पी की वैल्यू कितनी आ गई वर्गमूल 3 यानी पी यानी कि परपेंडिकुलर आ वाला तुसीं इत्थे ए बी भी लिखिया तो रहन दोगे तो भी ठीक है। यह साढ़े को कितना आ गया वर्गमूल 3। हुण सानू सब तो पहला तो असीं कड्डांगे टैन की वैल्यू टैन कितना पी बटा बी यानी कि पी बटा बी वर्गमूल 3 बटा 1 मैं इत्थे लिखांगा टैन थीटा बराबर परपेंडिकुलर ओवर बेस यानी कि परपेंडिकुलर की वैल्यू वर्गमूल 3 तो बेस की 1। हुण जिहड़ा सानू आंसर चाहिदा सी वो चाहिदा सी टैन स्केयर थीटा मैं स्केयरिंग बोथ साइड्स दोनों पासे वर्ग लैन ते इत्थे तुसीं लिख भी सकते हो टैन स्केयर थीटा तो इहदा वर्ग लिया तो वर्गमूल 3 बटा 1 का वर्ग आ जाएगा यानी कि टैन स्केयर थीटा बराबर आ वर्गमूल तो वर्ग कैंसल कला 3 1 का वर्ग 1 यानी कि टैन स्केयर थीटा की वैल्यू कितनी आ गई 3 बटा 1 यानी कि 3 ये साढ़े कोल आंसर आ गया। हुण देखते हैं असीं कि साडी जिहड़ी वर्कशीट वा उहदे च इस 16वें क्वेश्चन का आंसर जिहड़ा 3 वा वो कित्थे दिता होया। आ देखो बच्चों 16वें क्वेश्चन के आंसर विच 3 ऑप्शन नहीं दिती हुई यानी कि या तो क्वेश्चन के स्टेटमेंट च किते प्रॉब्लम आ ते या ऑप्शनस विच किते प्रॉब्लम आ लेकिन इहदा आंसर जिहड़ा वा तुसीं किसी भी तरीके नाल सॉल्व करके देखियो आंसर इहदा 3 ही आउंदा वा। चलो देखते हैं कि क्वेश्चन नंबर 17 जे कॉस थीटा बराबर 1 बटा 5 तो टैन स्केयर थीटा बराबर है यानी कि जे कॉस थीटे की वैल्यू 1 बटा 5 वा तो टैन स्केयर थीटा किहदे बराबर आ बिल्कुल उस तरह जिस तरह असीं उपरला क्वेश्चन सॉल्व किया उस तरह ये वाला क्वेश्चन सॉल्व करांगे तो फिर देखते हैं कि आंसर कितना आउंदा। आ देखो बच्चों 16वें क्वेश्चन के विच ये वाला जिहड़ा ऑप्शन साडी आंसर जिहड़ा 3 आया वो किते भी नहीं हैगा तो इहदा आंसर जिहड़ा वैसे वो 3 ही आउणा वा। तो चलो देखते हैं नैक्सट क्वेश्चन असीं जे कॉस थीटा बराबर 1 बटा 5 तो टैन स्केयर थीटा किहदे बराबर आ बिल्कुल सेम क्वेश्चन उपर वाले वर्गा उस कॉस थीटा 1 बटा 2 दिता सी 1 बटा 5 दिता वा इनू सॉल्व करके देखते हैं कि इहदा आंसर कितना आउंदा। चलो देखते हैं। आ देखो बच्चों 17वें क्वेश्चन की स्टेटमेंट कॉस थीटा सानू दिता है 1 बटा 5 तो टैन स्केयर थीटे की वैल्यू फाइंड करनी है बिल्कुल 16वें क्वेश्चन की तरह उस तरह ही कॉस थीटा तुहानू मैं दसिया सीगा किहदे बराबर हुंदा कॉस थीटा बराबर हुंदा जे आधार बटा करण यानी कि बेस ओवर हाईपोटीन्यूज तो यदी वैल्यू दी 1 बटा 5 बेस आ गया साढ़े को वाला 1 तो हाईपोटीन्यूज करण साढ़े को कितना आ गया 5। हुण असीं पाइथागोरस लगा के तो असीं आ वैल्यू कढ लांगे परपेंडिकुलर कितना वा उस तरीके नाल ही जिस तरह असीं पिछला क्वेश्चन किया सीगा कि ए सी का वर्ग बराबर ए बी का वर्ग जमा बी सी का वर्ग। हुण ए सी साढ़े कोल 5 का वर्ग ए बी असीं लभना वा प्लस बी सी 1 हुण 5 का वर्ग 25 बराबर ए बी का वर्ग तो 1 का वर्ग 1 हुण इहनूं असीं माइनस करांगे असीं इधरों 25 विचों इधर आके माइनस हो जाएगा ये तो इधर ए बी का वर्ग हुण इहदे तो साडे कोल ए बी का वर्ग किहदे बराबर आ गया 25 माइनस 1 24 हुण इहदा वर्गमूल आ जाएगा इहदे ते जदों वर्ग हटावांगे साडे कोल इधर आ गया ए बी बराबर वर्गमूल 24 हुण ए बी की वैल्यू कितनी आएगी देखो असीं एक नंबर वो लैना वा जिहदा वर्गमूल निकल जाता तो एक वो जिहदा वर्गमूल नहीं निकलेगा यानी कि 4 छेका 24 4 गुणा 6 4 का वर्गमूल 2 तो 6 का वर्गमूल नहीं निकलेगा 2 वर्गमूल 6 यानी कि साडे कोल ए बी की वैल्यू आ गई यदी 2 वर्गमूल 6। हुण सानू चाहिदा कि टैन स्केयर थीटा सब तो पहलां तो असीं पहलां कड्डांगे टैन थीटा
ਪਰਪੈਂਡੀਕੂਲਰ ਓਵਰ ਬੇਸ यानी कि लंब बटा आधार। तो लंब असी हुणे वैल्यू फाइंड की आ, वो हैगी 2 वर्गमूल 6 तो आधार कितना दिता होया 1। हुण असी इहदा वर्ग लैना क्योंकि सानू क्या टैन स्केयर थीटा उहदी वैल्यू फाइंड करनी है असी, यानी कि स्केयरिंग बो साइड्स दोनों पासे वर्ग लैन ते इधर टैन स्केयर थीटा तो 2 वर्गमूल 6 बटा 1 इहदा वर्ग, 2 का वर्ग 4 गुणा वर्गमूल ते वर्ग जिहड़े कैंसल होए ने ते 6 बचना, तो कितना आ गया ये वाला 24। टैन स्केयर थीटा किहदे बराबर आ गया 24। हुण देखते हैं कि साडे कोल इहदा आंसर कितना वा। हुण बच्चों आ देखो 17वें क्वेश्चन दे विच भी जिहड़े आंसर दिते ने वर्गमूल 6 3 वर्गमूल 6 3 ते 2 वर्गमूल 6, इत्थे सानू इन्हां ने टैन स्केयर थीटा कहा वा। जे इकल्ला टैन थीटा कहिंदे तो फिर ऑप्शन डी आंसर आउंदा सी 2 वर्गमूल 6, पर इन्हां टैन स्केयर थीटा कह दिता तो उहदा आंसर 24 आउंदा, जो कि इस ऑप्शनस विच नहीं हैगा। बिल्कुल दोनों क्वेश्चन इस तरह के 16वां ते 17वां क्वेश्चन इस तरह के निकले आ कि इन्हां दी ऑप्शन विच आंसर नहीं हैगा, या तो इत्थे स्टेटमेंट 'च प्रॉब्लम आ। जे इकल्ला टैन थीटा हुंदा तो फिर साडे कोल इत्थे 2 वर्गमूल 6 आंसर आ रहा सीगा, फिर ऑप्शन आ जानी सी डी, नहीं तो ऑप्शन इहदा जिहड़ा आंसर वा 24 आएगा। अगे देखते हैं क्वेश्चन नंबर 18। जे ए बराबर 60 डिग्री ਅਤੇ बी बराबर 30 डिग्री ਤਾਂ साइन ए कॉस बी माइनस कॉस ए साइन बी किहदे बराबर आ। ਅਸੀਂ ਇਹਨੂੰ सॉल्व करके देखते हैं। ए सानू 60 डिग्री दिता तो बी 30 डिग्री, ਅਸੀਂ ਇੱਥੇ वैल्यू पुट करांगे, ਉਹਨਾਂ ਦੀ वैल्यू रखांगे, उस तो बाद सॉल्व करांगे तो साढ़े को आंसर आ जाएगा। आ देखो बच्चों 18वें क्वेश्चन 'ਚ ए 60 डिग्री तो बी 30 डिग्री दिता, तो आ सानू दिता कि साइन ए कॉस बी माइनस कॉस ए साइन बी किहदे बराबर होएगा। सब तो पहले इहदियां वैल्यूज़ पुट कर दो, जिहड़े एंगल दिते ने ए 60 डिग्री तो बी कितना दिता 30 डिग्री। इस तरह इधर भी कॉस 60 डिग्री तो साइन 30 डिग्री। साइन 60 की वैल्यू अंडर रूट 3/2, कॉस 30 की वैल्यू भी अंडर रूट 3/2, माइनस कॉस 60 1/2 तो साइन 30 भी 1/2। अंडर रूट 3 मल्टीप्लाई किया अंडर रूट 9 तो 9 का वर्गमूल कितना होंदा 3, 3/4 माइनस 1/4, ਇਹਦਾ एलसीएम 4 आ गया, 3 घटाओ 1 यानी कि 2/4, 2 एकम 2 तो 2 दूनी 4, कितना आंसर आया 1/2। यह साढ़े को आंसर आ गया। देखते हैं असी वर्कशीट दे विच। आ देखो बच्चों 18वें क्वेश्चन का आंसर आया 1/2, ऑप्शन बी ਇਹਦਾ आंसर जे 1/2। अगे देखो 19वां क्वेश्चन, जे टैन ए बराबर कॉट बी दैन ए प्लस बी किहदे बराबर आ। जे सानू टैन ए बराबर कॉट बी दे दिता तो कहते ए प्लस बी की वैल्यू फाइंड करो। करते हैं सॉल्व इनू भी। आ देखो बच्चों टैन ए बराबर कॉट बी दिता तो असी ए प्लस बी की वैल्यू फाइंड करनी आ। मैं इनू इस तरह लिख सकदा कि टैन ए बराबर टैन 90 माइनस बी यानी कि 90 माइनस थीटा, टैन 90 माइनस थीटा कॉट थीटा, यानी कि जे मैं इनू वापस लैके जाना है तो की बन जाएगा कॉट बी। यह लिख लिया। हुण दोनों पासे देखो टैन कट्टे जाएंगे, की बचा ए बराबर 90 माइनस बी यानी कि 90 डिग्री माइनस बी। हुण माइनस बी इधर आके प्लस का हो जाएगा तो की बन जाएगा ए प्लस बी किहदे बराबर आ गया 90 डिग्री। यही इहदा आंसर जे 19वें क्वेश्चन का। देखते हैं वर्कशीट दे विच भी 90 डिग्री आंसर। आ देखो बच्चों 90 डिग्री आंसर आया साडा, पहली ऑप्शन ए इहदा आंसर जे 90 डिग्री। अगे देखो क्वेश्चन नंबर 20, जे साइन थीटा बराबर 1/2 तो कोसीकन स्केयर थीटा किहदे बराबर है। ये भी सॉल्व करके देखते हैं। आ देखो बच्चों साइन थीटे की वैल्यू 1/वर्गमूल 2 दी हुई है। कोसीकन स्केयर थीटा असी फाइंड करना, जिहड़ा 1/वर्गमूल 2 आ वो साइन 45 डिग्री की वैल्यू होंदी जे। हुण देखो साइन नाल साइन कटिया गया, थीटा किहदे बराबर आ गया 45 डिग्री दे।
ਹੁਣ ਅਸੀਂ ਵੈਲਿਊ ਕਿਹਦੀ ਫਾइंड करनी सी कोसीकेंट स्केयर थीटा दी। ਹੁਣ देखो कोसीकेंट थीटा ਅਸੀਂ थीटे ਨੂੰ ਕੀ पुट करांगे 45 डिग्री। मैं इत्थे लिख लेना इधर ਜਿਹੜਾ कोसीकेंट स्केयर थीटा दिता मैं इनू इस तरह लिख सकता वां कोसीकेंट थीटे का होल स्केयर तां भी उही आएगा बाहर स्केयर पा लिया। हुण थीटा 45 डिग्री आया मैं इत्थे वो लिख लेना कोसीकेंट 45 डिग्री है 45 डिग्री का स्केयर। हुण जिहड़ा कोसीकेंट 45 डिग्री आ ये वाली वैल्यू साडे कोल कित्थे किन्नी हुंदी आ जिहड़ी टेबल दे विच वा ये किहदे बराबर वा वर्गमूल 2 दे ते वर्गमूल 2 का स्केयर वर्गमूल ते स्केयर कैंसल तो कितना आ गया 2 आंसर। यानी कि कोसीकेंट स्केयर थीटा किहदे बराबर होएगा 2 दे। हुण देखते हैं ये वाली आंसर जिहड़ा वा ऑप्शन किनवी आ देखो बच्चों 20वें क्वेश्चन का आंसर 2 ऑप्शन किनवी आ बी ऑप्शन इसका आंसर जे। अगे देखो क्वेश्चन नंबर 21 जेकर टैन ए बराबर √3 कॉस बी बराबर 0 तो बी माइनस ए का मुल डैश होवेगा। देखते हैं भी इन्हां 4 ऑप्शनस विचों किहड़ा आंसर आउंदा इहदा 21वें क्वेश्चन का। आ देखो बच्चों टैन ए बराबर सानूं दिता वर्गमूल 3 दे। हुण जिहड़ी वर्गमूल 3 वा वो टैन की वैल्यू जिहड़ी टेबल दे विच आ वो किन्ने डिग्री ते आउंदी आ टैन 60 डिग्री ते। टैन ना टैन कैंसल ए किहदे बराबर आ गया 60 डिग्री। साढ़े को एक वैल्यू सॉल्व होगी। हुण दूसरे पासे देखो कॉस बी दिता वा सानू 0। हुण कॉस दे विच देखिए जदों भी कॉस की वैल्यू 0 जिहड़ी आ वो किन्ने डिग्री ते आउंदी है तो कॉस 90 डिग्री ते। कॉस 90 डिग्री 0 कॉस ना कॉस कट्टिया गया तो बी की वैल्यू किन्नी आ गई 90 डिग्री। हुण सानू क्या की आ बी माइनस ए बी 90 आ तो ए 60 वा तो असीं इहदे च वैल्यू कढ लैने असीं इत्थे। यानी कि बी माइनस ए की वैल्यू बी 90 डिग्री तो माइनस ए 60 डिग्री किहदे बराबर आ गया 90 माइनस 60 30 डिग्री। यही इहदा आंसर जे 21वें क्वेश्चन का 30 डिग्री। देखते हैं असीं वर्कशीट के उपर आ देखो बच्चों 21वें क्वेश्चन का आंसर 90 माइनस 60 कितना आया सी 30 डिग्री ऑप्शन सी यह आंसर जे। इत्थे असीं भर भी सकते हैं जिहड़ी आ फिलअप दित्ती हुई है इसदा मुल 30 डिग्री होवेगा। यह साडे कोल 21वें क्वेश्चन का आंसर। अगे देखो क्वेश्चन नंबर 22 कि 1.5 मीटर लंबा एक प्रेखक चिमनी तो 28.5 मीटर की दूरी ते है उसकी अखां नाल चिमनी के सिखर का उचान कोण 45 डिग्री है चिमनी की उचाई पता करो। असीं जिहड़ी साडे कोल टावर दिता होया वा ते फाइंड द हाइट ऑफ टावर असीं हाइट कढनी है टावर की। जिहड़ा ऑबजरवर वा वो किन्ने मीटर लंबा वा 1.5 मीटर तो जिहड़ी उहदी चिमनी तो दूरी दित्ती हुई आ वो 28.5 मीटर है। डायग्राम बना के मैं तुहानूं इहदा कैलकुलेशन करके दसदा भी इहदा आंसर कितना आएगा। आ देखो बच्चों 22वें क्वेश्चन की मैं डायग्राम बना ली। 22वें क्वेश्चन की स्टेटमेंट तुसीं नाल नाल अपनी वर्कशीट के उपर देखते रहो। देखो जिहड़ा एक प्रेखक वा उहदी हाइट कितनी दित्ती है 1.5 मीटर। आ मान लो इत्थों लैके इत्थों तक प्रेखक खड़ा मैं इहदी हाइट नूं लिख लेना ए बी। हुण प्रेखक कहंदे कि एक चिमनी तो यानी कि टावर तो किन्ने मीटर दूरी ते खड़ा वा 28.5 मीटर। हुण मान लो कि आ सी ते आ डी जिहड़ा वा ये टावर आ ये तो 28.5 मीटर की दूरी ते खड़ा वा। कहंदे उसदी अखां नाल चिमनी के सिखर ते देखो आ प्रेखक वा इत्थों अखां दे नाल उन्हें उपर नूं देखिया तो इहदा उचान कोण कितना बढ़िया 45 डिग्री वो मैं आ बना लिया। और सानू क्वेश्चन च की पूछा कि जिहड़ा टावर वा पूरा सीढ़ी उहदी हाइट कितनी आ मैं उहदी हाइट मान ली एक्स मीटर। हुण इत्थे ध्यान नाल देखियो आ जिहड़ा बिंदु इत्थे आ रहा ना ई ये बिल्कुल उहदी अख की सीध च आ रहा इत्थे टावर के उपर। इत्थों लैके ते इत्थों तक इहदी दूरी कितनी होएगी सेम जिन्नी दूरी इधर बेस ते आ 28.5 यह भी कोण 90 डिग्री होएगा। हुण जिहड़ी डी ई की हाइट वा वो एक्स विचों असीं कितना घटावांगे 1.5 मीटर क्योंकि ए बी ते सी ई दोनों बराबर ने
क्योंकि जिन्नी हाइट प्रेखक की आ उन्नी इत्थे आएगी 1.5 मीटर। हुण मैं तुहानूं लिख के दसदा इधर कि मन लो जिहड़ी चिमनी आ ਉਹਦੀ ਉਚਾਈ ਜਾਂ x ਮੀਟਰ ਮੰਨ ਲਓ ਤੇ ਜਾਂ h ਮੰਨ ਲਓ। ਜੇ ਹਾਈਟ ਲਿਖਣਾ ਚਲੋ ਇਹਨੂੰ ਅਸੀਂ h ਲਿਖ ਲੈਂਦੇ ਇੱਥੇ h ਮੀਟਰ। ਹੁਣ ਆ ਦੇਖੋ ਜਿਹੜੀ ਇੱਥੋਂ ਲੈ ਕੇ ਇੱਥੋਂ ਤੱਕ ਹਾਈਟ ਸੀਗੀ ਉਹ ਹੈਗੀ ਸੀ 1.5 ਮੀਟਰ ਯਾਨੀ ਕਿ 1.5 ਮੀਟਰ ਜਿਹੜੀ ਪ੍ਰੇਖਕ ਦੀ ਹਾਈਟ ਦੇ ਬਰਾਬਰ ਸੀਗੀ। ਤੇ ਸਾਡੇ ਕੋਲ ਆ ਜਿਹੜੀ ਤ੍ਰਿਭੁਜ ਵਾ AED ਜਾਂ ADE ਇਹ 'ਚ DE ਦੀ ਜਿਹੜੀ ਬਾਕੀ ਲੈਂਥ ਉਹ ਕਿੰਨੀ ਬਚੇਗੀ H ਵਿੱਚੋਂ ਅਸੀਂ ਘਟਾ ਦਾਂਗੇ 1.5 ਤੇ ਸਾਡੇ ਕੋਲ ਇੱਥੇ ਕੀ ਆ ਜਾਏਗਾ ਜਿਹੜੀ ਇੰਨੀ ਹਾਈਟ ਆ D ਤੋਂ E ਤੱਕ ਇਹ ਆ ਜਾਏਗੀ H ਮਾਈਨਸ 1.5 ਮੀਟਰ। ਇਹ ਆ ਜਾਏਗੀ ਸਾਡੇ ਕੋਲ ਇਹਦੀ ਹਾਈਟ। ਹੁਣ ਅਸੀਂ ਇਹਦੇ ਉੱਪਰ ਫਾਰਮੂਲਾ ਲਗਾਵਾਂਗੇ। ਦੇਖੋ ਸਾਨੂੰ ਚਾਹੀਦੀ ਕੀ ਆ ਇਹਦੀ ਪੂਰੀ ਹਾਈਟ ਇੱਥੋਂ ਤੱਕ ਯਾਨੀ ਕਿ H ਦੀ ਵੈਲਿਊ ਇਹ H ਮਾਈਨਸ 1.5 ਇੱਥੋਂ ਤੱਕ ਵਾ ਪੂਰਾ ਕਿੰਨਾ ਵਾ C ਤੋਂ D ਤੱਕ H ਤੇ ਸਾਡੇ ਕੋਲ H ਦੀ ਵੈਲਿਊ ਆ ਜਾਏਗੀ ਸਮਝ ਲਓ ਸਾਡਾ ਆਨਸਰ ਆ ਗਿਆ। ਹੁਣ ਦੇਖੋ ਇਹਦੇ 'ਚ ਅਸੀਂ ਕੀ ਕਰਦੇ ਹਾਂ ਤ੍ਰਿਭੁਜ ADE ਵਿੱਚ ਐਂਗਲ E ਬਰਾਬਰ ਹੈ 90 ਡਿਗਰੀ ਆ। ਇਹ ਸਾਡੇ ਕੋਲ ਥੀਟਾ ਦਿੱਤਾ ਹੋਇਆ 45 ਡਿਗਰੀ। ਇਹ 'ਚ ਸਿੱਧਾ ਟੈਨ ਦਾ ਫਾਰਮੂਲਾ ਲਗਾਵਾਂਗੇ ਕਿਉਂਕਿ ਸਾਨੂੰ ਲੰਬ ਚਾਹੀਦਾ ਤੇ ਲੰਬ ਬਟਾ ਆਧਾਰ ਟੈਨ ਦਾ ਫਾਰਮੂਲਾ ਟੈਨ ਥੀਟਾ ਬਰਾਬਰ ਪਰਪੈਂਡੀਕੂਲਰ ਓਵਰ ਬੇਸ। ਹੁਣ ਇਹਦੇ 'ਚ ਵੈਲਿਊਜ਼ ਪੁੱਟ ਕਰਾਂਗੇ। ਸਾਡੇ ਕੋਲ ਹੈਗਾ ਥੀਟਾ ਹੈਗਾ 45 ਡਿਗਰੀ ਪਰਪੈਂਡੀਕੂਲਰ ਸਾਡਾ ਜਿਹੜਾ ਆਇਆ ਸੀਗਾ ਉਹ ਆਇਆ ਸੀ H ਮਾਈਨਸ 1.5 ਤੇ ਬੇਸ ਸਾਡੇ ਕੋਲ ਹੈਗਾ ਜੇ 28.5। ਹੁਣ ਟੈਨ 45 ਦੀ ਵੈਲਿਊ 1 H ਮਾਈਨਸ 1.5 ਬਟਾ 28.5। ਹੁਣ ਇਹਦੀ ਤਿਰਛੀ ਗੁਣਾ ਕਰਾਂਗੇ 1 ਨਾਲ ਗੁਣਾ ਕੀਤੀ ਤਾਂ ਸੇਮ ਇਹੀ ਰਹਿ ਜਾਏਗਾ 28.5 ਬਰਾਬਰ H ਮਾਈਨਸ 1.5। ਹੁਣ ਆ ਮਾਈਨਸ ਦਾ ਇੱਧਰ ਜਾ ਕੇ ਪਲੱਸ ਹੋ ਜਾਏਗਾ 28.5 ਪਲੱਸ 1.5 ਬਰਾਬਰ H ਤੇ ਇੱਥੋਂ H ਦੀ ਵੈਲਿਊ ਕਿੰਨੀ ਆ ਗਈ ਇਹਨਾਂ ਨੂੰ ਜੋੜਾਂਗੇ 28.5 ਵਿੱਚ 1.5 ਜੋੜਿਆ ਤੇ ਕਿੰਨਾ ਆਉਂਦਾ 30 ਮੀਟਰ ਯਾਨੀ ਕਿ H ਦਾ ਆਨਸਰ ਸਾਡੇ ਕੋਲ ਕਿੰਨਾ ਆ ਗਿਆ 30 ਮੀਟਰ। ਤੇ ਇਹੀ ਸਾਨੂੰ ਚਾਹੀਦਾ ਸੀ। ਆ ਦੇਖੋ ਪੂਰੀ ਹਾਈਟ ਟਾਵਰ ਦੀ CD H ਮੀਟਰ ਲਈ ਸੀ ਸਾਡੇ ਕੋਲ ਇੱਥੇ H ਦਾ ਆਨਸਰ ਕਿੰਨਾ ਆ ਗਿਆ 30 ਮੀਟਰ। ਦੇਖਦੇ ਹਾਂ ਅਸੀਂ ਆਪਸ਼ਨ ਦੇ ਵਿੱਚ ਆ ਦੇਖੋ ਬੱਚਿਓ 22ਵੇਂ ਕੁਐਸਚਨ ਦਾ ਪਹਿਲੀ ਆਪਸ਼ਨ A 30 ਮੀਟਰ ਇਹ ਸਾਡੇ ਕੋਲ ਆਨਸਰ ਆ ਗਿਆ ਇਹਦਾ 30 ਮੀਟਰ। ਅੱਗੇ ਦੇਖੋ ਕੁਐਸਚਨ ਨੰਬਰ 23 ਜੇਕਰ cos A ਬਰਾਬਰ 3/5 ਤਾਂ tan A ਦੀ ਵੈਲਿਊ ਕਿੰਨੀ ਹੋਏਗੀ। ਚਲੋ ਦੇਖਦੇ ਹਾਂ ਸੋਲਵ ਕਰਕੇ ਇਹਨੂੰ। ਆ ਦੇਖੋ ਬੱਚਿਓ 23ਵੇਂ ਕੁਐਸਚਨ ਦੇ ਵਿੱਚ cos A ਦਿੱਤਾ 3/5 ਤੇ tan A ਦੀ ਵੈਲਿਊ ਕਿਆ ਫਾਈਂਡ ਕਰਨ ਵਾਸਤੇ। ਹੁਣ ਦੇਖੋ cos A ਮੈਂ A ਆਹ ਵਾਲਾ ਐਂਗਲ ਲੈ ਲਿਆ ਉਹ ਜਿਹੜਾ ਐਂਗਲ ਲੈਂਦੇ ਆ ਉਹਦੇ ਸਾਹਮਣੇ ਵਾਲਾ ਲੰਬ ਨਾਲ ਵਾਲਾ ਆਧਾਰ ਤੇ ਆ ਕਰਨ ਤੇ ਹੀ ਰਹਿਣਾ। ਹੁਣ ਜਿਹੜਾ cos A ਆ ਸਾਨੂੰ ਪਤਾ ਕਿ cos A ਜਿਹੜਾ ਵਾ ਉਹ ਬੇਸ ਬਟਾ ਹਾਈਪੋਟੀਨਿਊਸ ਦੇ ਬਰਾਬਰ ਹੁੰਦਾ ਤੇ ਬੇਸ 3 ਤੇ ਹਾਈਪੋਟੀਨਿਊਸ 5। ਆ ਦੇਖੋ ਆ ਬੇਸ ਆ ਗਿਆ ਇਹ 3 ਤੇ ਹਾਈਪੋਟੀਨਿਊਸ 5। ਹੁਣ ਉਸੇ ਤਰੀਕੇ ਨਾਲ ਪਾਈਥਾਗੋਰਸ ਦਾ ਫਾਰਮੂਲਾ ਲਗਾ ਕੇ ਕਰਨ ਦਾ ਵਰਗ ਯਾਨੀ ਕਿ AC ਦਾ ਵਰਗ ਲੰਬ ਇਹਦੇ 'ਚ ਲੰਬ ਹੈਗਾ BC ਤੇ ਇਹਦਾ ਆਧਾਰ AB AC ਕਿੰਨਾ 5 ਦਾ ਸਕੇਅਰ ਬਰਾਬਰ BC ਦਾ ਸਕੇਅਰ AB ਕਿੰਨਾ ਵਾ 3 ਦਾ ਸਕੇਅਰ 5 ਦਾ ਸਕੇਅਰ 25 ਇੱਧਰ ਆ ਗਿਆ BC ਦਾ ਸਕੇਅਰ ਪਲੱਸ 9 ਇੱਥੇ ਮੈਂ ਲਿਖਾਂਗਾ 25 ਇਹ ਪਲੱਸ ਵਾਲਾ 9 ਇੱਧਰ ਆ ਕੇ ਮਾਈਨਸ ਦਾ ਹੋ ਗਿਆ ਬਰਾਬਰ BC ਦਾ ਸਕੇਅਰ। ਇੱਥੋਂ ਸਾਡੇ ਕੋਲ
BC ਸਕੁਏਅਰ ਦੀ ਵੈਲਿਊ ਕਿੰਨੀ ਆ ਗਈ 25 ਮਾਈਨਸ 9 16। ਤੇ ਜਦੋਂ ਅਸੀਂ BC ਦੀ ਵੈਲਿਊ ਕੱਢਣੀ ਆ ਸਕੁਏਅਰ ਹਟਾਵਾਂਗੇ ਇੱਧਰ ਸਕੁਏਅਰ ਰੂਟ 16 ਤੇ 16 ਦਾ ਵਰਗਮੂਲ ਕਿੰਨਾ ਹੁੰਦਾ 4, ਯਾਨੀ ਕਿ BC ਦੀ ਵੈਲਿਊ ਸਾਡੇ ਕੋਲ ਕਿੰਨੀ ਆ ਗਈ 4। ਕੱਢਣੀ ਵੈਲਿਊ ਕਿਹਦੀ ਅਸੀਂ tan A ਦੀ, ਆ ਦੇਖੋ tan A ਦੀ। ਹੁਣ ਸਾਨੂੰ ਪਤਾ ਕਿ ਜਿਹੜਾ tan A ਇਹ ਕਿਹਦੇ ਬਰਾਬਰ ਹੁੰਦਾ ਲੰਬ ਬਟਾ ਆਧਾਰ, ਯਾਨੀ ਕਿ ਪਰਪੈਂਡੀਕੂਲਰ ਓਵਰ ਬੇਸ। ਇਹ ਸਾਡੇ ਕੋਲ ਇਹਦਾ ਫਾਰਮੂਲਾ ਵਾ। ਹੁਣ ਪਰਪੈਂਡੀਕੂਲਰ ਕਿੰਨਾ ਆਇਆ ਸਾਡੇ ਕੋਲ 4 ਤੇ ਆਧਾਰ ਇਹਦਾ ਕਿੰਨਾ ਵਾ 3। ਇਹ ਇਹਦਾ ਆਨਸਰ ਜੇ ਦੇਖਦੇ ਹਾਂ ਵਰਕਸ਼ੀਟ ਦੇ ਵਿੱਚ ਇਹਦਾ ਆਨਸਰ ਆ ਦੇਖੋ ਬੱਚਿਓ 4/3 ਆਪਸ਼ਨ C ਇਹ ਇਹਦਾ ਆਨਸਰ ਜੇ। 23ਵੇਂ ਕੁਐਸਚਨ ਦਾ ਅੱਗੇ ਦੇਖੋ ਲਾਸਟ ਕੁਐਸਚਨ ਨੰਬਰ 24 ਜਿਹੜਾ ਵਾ ਦਿੱਤੇ ਗਏ ਚਿੱਤਰ ਵਿੱਚ AB ਅਤੇ CD ਕ੍ਰਮਵਾਰ ਉਚਾਈ H1 ਅਤੇ H2 ਵਾਲੇ ਟਾਵਰ ਹਨ। ਬਿੰਦੂ O AC ਦਾ ਮੱਧ ਬਿੰਦੂ ਹੈ। ਜੇ AB ਅਤੇ CD ਬਿੰਦੂ O 'ਤੇ ਕ੍ਰਮਵਾਰ 30 ਡਿਗਰੀ ਅਤੇ 60 ਡਿਗਰੀ ਕੋਣ ਬਣਾਉਂਦੇ ਹਨ ਤਾਂ H1 ਅਨੁਪਾਤ H2 ਕਿੰਨਾ ਹੋਏਗਾ, ਯਾਨੀ ਕਿ ਦੋਵਾਂ ਦੀ ਰੇਸ਼ੋ ਦੇਖਣੀ ਆ। ਇਹ ਸਾਡੇ ਕੋਲ ਡਾਇਗਰਾਮ ਬਣੀ ਹੋਈ ਜੇ, ਆ ਦੇਖੋ ਇਹਦੇ 'ਚ ਮੈਂ ਤੁਹਾਨੂੰ ਡਾਇਗਰਾਮ ਕਾਪੀ 'ਤੇ ਬਣਾ ਕੇ ਦੱਸ ਦਾਂਗਾ ਇਹ ਵਾਲੀ ਪੂਰੀ। ਆ ਦੇਖੋ ਬੱਚਿਓ ਆਹ ਡਾਇਗਰਾਮ ਦਿੱਤੀ ਆ ABO ਅਤੇ ਇੱਧਰਲੇ ਪਾਸੇ ਆ CDO, ਇਹ ਦੋ ਤ੍ਰਿਭੁਜਾਂ ਬਣਦੀਆਂ ਨੇ। ਆਹ ਕੋਣ ਦਿੱਤੇ 30 ਡਿਗਰੀ 60 ਡਿਗਰੀ, ਆਹ ਹਾਈਟ 1 ਅਤੇ ਆਹ ਹਾਈਟ 2 ਆ। ਦੋਨਾਂ ਦਾ ਅਸੀਂ ਅਨੁਪਾਤ ਦੇਖਣਾ ਕਿੰਨਾ ਵਾ। ਚਲੋ ਦੇਖਦੇ ਹਾਂ। ਇਹ ਡਾਇਗਰਾਮ ਮੈਂ ਕਾਪੀ ਦੇ ਨਾਲ ਬਣਾ ਕੇ ਤੁਹਾਨੂੰ ਸੋਲਵ ਕਰਕੇ ਦੱਸਦਾ। ਆਹ ਦੇਖੋ ਬੱਚਿਓ 24ਵੇਂ ਕੁਐਸਚਨ ਦੀ ਡਾਇਗਰਾਮ ਜੋ ਉਹਨਾਂ ਨੇ ਤੁਹਾਡੀ ਵਰਕਸ਼ੀਟ ਦੇ ਵਿੱਚ ਦਿੱਤੀ ਹੋਈ ਹੈ, ਮੈਂ ਬਣਾ ਲਈ ਹੈ ਇੱਥੇ। ਇਹਦੇ 'ਚ ਆਹ ਹਾਈਟ 1 ਦਿੱਤੀ ਅਤੇ ਹਾਈਟ 2 ਦਿੱਤੀ ਹੋਈ ਆ। ਇਹਨਾਂ ਦੋਨਾਂ ਦਾ ਅਨੁਪਾਤ ਅਸੀਂ ਕੱਢਣਾ। ਇੱਕ ਕੋਣ ਸਾਨੂੰ 30 ਡਿਗਰੀ ਦਿੱਤਾ, ਇੱਕ 60 ਡਿਗਰੀ। ਆਹ ਜਿਹੜੀ ਆ ਉਹ ਕਹਿੰਦੇ ਵੀ ਇਹ ਮੱਧ ਬਿੰਦੂ ਆ ਅਤੇ AO ਅਤੇ OC ਦੋਨੋਂ ਬਰਾਬਰ ਨੇ। ਅਸੀਂ ਲੈਟ ਕਰ ਲੈਂਦੇ ਹਾਂ ਇਹਨਾਂ ਦੋਨਾਂ ਨੂੰ, ਦੋਨੋਂ ਬਰਾਬਰ ਨੇ ਅਤੇ ਇੱਕੋ ਜਿਹਾ ਲੈਟ ਕਰਾਂਗੇ ਦੋਨਾਂ ਨੂੰ। ਜੇ ਅਸੀਂ ਇੱਕ ਨੂੰ X ਲੈਂਦੇ ਹਾਂ ਤਾਂ ਦੂਸਰਾ ਵੀ X ਹੀ ਹੋਏਗਾ। ਇੱਥੇ ਅਸੀਂ ਲਿਖ ਲਾਂਗੇ ਮੰਨ ਲਓ AO ਬਰਾਬਰ X, ਇਹ ਕਿਹਦੇ ਬਰਾਬਰ ਹੋਏਗਾ OC, ਕਿਉਂਕਿ ਇਹ ਦੋਨੋਂ ਬਰਾਬਰ ਨੇ, ਮੱਧ ਬਿੰਦੂ ਆ, ਇਸ ਕਰਕੇ ਇਹ ਦੋਨੋਂ ਬਰਾਬਰ ਹੋਣਗੇ। ਅਤੇ ਕਿਹਦੇ ਬਰਾਬਰ ਹੋਣਗੇ X ਦੇ, ਦੋਨਾਂ ਦੀ ਵੈਲਿਊ X ਲੈ ਲਈ। ਹੁਣ ਦੇਖੋ ਮੈਂ ਇਹਨਾਂ ਦੋਨਾਂ ਦੀ ਰੇਸ਼ੋ ਕੱਢਣੀ ਆ। ਆਹ ਮੰਨ ਲਓ ਲੰਬ ਵਾ ਅਤੇ ਇਹ ਆਧਾਰ ਵਾ, ਅਤੇ ਕਿਹਦਾ ਫਾਰਮੂਲਾ ਬਣ ਗਿਆ tan ਦਾ, tan 30 ਡਿਗਰੀ ਅਤੇ tan 60 ਡਿਗਰੀ ਮੈਂ ਕੱਢ ਲਾਂਗਾ ਅਤੇ ਦੋਨਾਂ ਦਾ ਅਨੁਪਾਤ ਕੱਢ ਲਾਂਗਾ ਅਤੇ ਆਨਸਰ ਆ ਜਾਏਗਾ। ਆਹ ਦੇਖੋ ਸਭ ਤੋਂ ਪਹਿਲਾਂ ਮੈਂ ਲਿਖਾਂਗਾ tan 30 ਡਿਗਰੀ ਬਰਾਬਰ ਲੰਬ ਬਟਾ ਆਧਾਰ ਕਿੰਨਾ ਆ ਗਿਆ H1/X। ਦੂਸਰੇ ਪਾਸੇ tan 60 ਡਿਗਰੀ ਬਰਾਬਰ H2/X। ਹੁਣ ਮੈਂ ਦੋਨਾਂ ਦਾ ਅਨੁਪਾਤ ਕੱਢਣਾ H1 ਅਤੇ H2 ਦਾ, ਅਤੇ ਇਹਨਾਂ ਦੋਵਾਂ ਦਾ ਮੈਂ ਅਨੁਪਾਤ ਲੈ ਲਾਂਗਾ। ਪਹਿਲਾਂ ਕੀ ਮੈਂ ਲਿਖਾਂਗਾ tan 30 ਡਿਗਰੀ ਬਟਾ tan 60 ਡਿਗਰੀ ਬਰਾਬਰ H1/X ਫਿਰ ਬਟਾ H2/X। ਇਹ ਲਿਖ ਲਿਆ। ਹੁਣ ਇਹ ਕਿੰਨਾ ਆ ਜਾਏਗਾ ਦੇਖੋ H1/X ਅਤੇ ਇੱਧਰੋਂ X ਉੱਪਰ ਚਲ ਜਾਏਗਾ ਅਤੇ ਥੱਲੇ ਕੀ ਆ ਜਾਏਗਾ H2। X ਨਾਲ X ਕੱਟਿਆ ਗਿਆ ਅਤੇ ਕਿੰਨਾ ਆ ਗਿਆ H1/H2, ਯਾਨੀ ਕਿ tan 30 ਮੈਂ ਇੱਥੇ ਲਿਖ ਲੈਣਾ ਇੱਕ ਵਾਰੀ ਫਿਰ tan 30 ਡਿਗਰੀ ਬਟਾ tan 60 ਡਿਗਰੀ ਬਰਾਬਰ H1/H2। ਹੁਣ ਇਹਨਾਂ ਦੋਨਾਂ ਦਾ ਅਨੁਪਾਤ ਕੱਢਣਾ। ਮੈਂ ਇੱਥੇ tan 30 ਡਿਗਰੀ ਦੀ ਜਿਹੜੀ ਵੈਲਿਊ ਆ ਉਹ ਪੁੱਟ ਕਰਾਂਗਾ ਕਿੰਨੀ ਆ 1/√3 ਅਤੇ tan 60 ਦੀ ਵੈਲਿਊ ਹੈਗੀ ਜੇ √3। ਇਹ ਕਿਹਦੇ ਬਰਾਬਰ ਆ ਗਿਆ H1/H2 ਦੇ। ਇੱਥੋਂ ਸਾਡੇ ਕੋਲ H1/H2 ਦੀ ਵੈਲਿਊ ਕਿੰਨੀ ਆ ਜਾਏਗੀ 1/√3 ਅਤੇ ਗੁਣਾ √3। ਆ ਦੇਖੋ ਇਹ ਥੱਲੇ ਆ ਕੇ ਵੈਲਿਊ ਦੋਨੋਂ ਆਪਸ 'ਚ ਮਲਟੀਪਲਾਈ ਹੋ ਜਾਣਗੇ। ਇੱਥੋਂ ਸਾਡੇ ਕੋਲ H1/H2 ਦੀ ਵੈਲਿਊ ਜਿਹੜੀ ਉਹ ਕਿੰਨੀ ਬਣੀ
1/वर्गमूल 9 आ जाएगा। मैं इत्थे लिख ही दिना एक स्टैप इधरले पासे ही 1/वर्गमूल 9 तो 9 का वर्गमूल 3 1/3। तो जो मैं इन्हां दा अनुपात लवांगा यानी कि H1 अनुपात H2 जिहड़ा सानूं उन्होंने फाइंड करने लिए कहा सी वो कितना हैगा 1/3 तो यही इहदा आंसर जे। तो बच्चों ये सीगा क्वेश्चन नंबर 24। मैं इहदा तुहानूं आंसर दिखा दिना तुहाडी शीट दे उपर कि इहदा आंसर जिहड़ा वा ऑप्शन नंबर देखो कितना डी ऑप्शन आ देखो लास्ट ऑप्शन 1/3 यही साडा आंसर आया सी इत्थे आ देखो 1/3 ते आ इहदा लास्ट ऑप्शन डी इहदा आंसर आ गया। बच्चों ये सी कि तुहाडी वर्कशीट नंबर 18। इस तरह ही मैं बाकी वर्कशीट के सलूशन तुहाडे वास्ते लैके आवांगा। तुसीं चैनल नूं सबसक्राइब जरूर कर लिओ क्योंकि ये सिर्फ तो सिर्फ तुहाडे वास्ते और बिल्कुल फ्री जे चैनल। वीडियो चंगी लगे लाइक करियो, अपने दोस्तां मित्रां नाल